ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਡਿਓ ਰਹਿ ਮਨ ਗਹਿ ਨ ਥਿਰਤਾ, ਵਹਿਓ ਜਾਤ ਨਿਤ ਚਿੰਤਾ ਸਰਤਾ। ਬਹੁਤ ਭਾਂਤ ਕਰਮ ਸਮਝਾਵੈ, ਰੁਚ ਸੋ ਭੋਜਨ ਕਿਉ ਨਹਿ ਖਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਧ ਆਵੈ ਧਾਇ। ਸਭ ਥਾਈਂ ਹੋਏ ਸਹਾਇ। ਐਸੀ ਦੀਨ ਦਇਆਲ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦਾ ਅਵਤਾਰ 10 पातशाहियों के आत्मक स्वरूप जागत जोत धन धन श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए सुंदर सचखंड दीवाना दे विच ਹਾਜ਼ਰੀਆਂ ਭਰ ਰਹੇ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਭੇਜੇ ਹੋਏ ਭਾਈ ਗੁਰਦਾਸ ਜੀ ਹੇਹਰ ਨਗਰ ਵਿੱਚ ਪਹੁੰਚ ਕੇ ਜਿਨ੍ਹਾਂ ਨੇ ਪਿਰਥੀ ਚੰਦ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਹੈ, ਪਰ ਪਿਰਥੀ ਚੰਦ ਨਹੀਂ ਸਮਝਿਆ। ਅੱਗੋਂ ਹੋਰ ਕ੍ਰੋਧ ਵਿੱਚ ਆ ਕੇ ਬੋਲ ਕਬੋਲ ਬੋਲਦਾ ਰਿਹਾ। ਕਹਿਣ ਲੱਗਾ ਕਿ ਅਰਜਨ ਦੇਵ ਜੀ ਹੁਣ ਡਰ ਗਏ ਨੇ, ਮੈਂ ਜਹਾਂਗੀਰ ਕੋਲ ਬਾਦਸ਼ਾਹ ਕੋਲ ਜਾਵਾਂਗਾ, ਗੁਰਤਾ ਗੱਦੀ ਲੈ ਕੇ ਰਹਾਂਗਾ। ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਇਸ ਤਰ੍ਹਾਂ ਠੀਕ ਨਹੀਂ ਲੱਗਦਾ, ਤੁਸੀਂ ਨੀਵੇਂ ਹੋ ਕੇ ਫਰਿਆਦੀ ਹੋ ਕੇ ਬਾਦਸ਼ਾਹ ਕੋਲ ਜਾਵੋ, ਇਹ ਉਚਿਤ ਗੱਲ ਨਹੀਂ। ਆਓ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਵਿੱਚ ਪ੍ਰੇਮ ਦੇ ਸਹਿਤ ਵਸਣਾ ਕਰੋ, ਸੁਖ ਮਾਣੋ, ਮਿਲ ਕੇ ਰਹੋ, ਇਹਦੇ ਵਿੱਚ ਭਲਾਈ ਹੈ। ਬਹੁਤ ਯਤਨ ਕੀਤਾ
ਪਰ ਖੋਟੀ ਮਤ ਵਾਲਾ ਇਹ ਪ੍ਰਿਥੀ ਚੰਦ ਨਹੀਂ ਸਮਝਿਆ। ਵਾਪਸ ਆ ਗਏ। ਪ੍ਰਿਥੀ ਚੰਦ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ ਕਿ ਅਸੀਂ ਬਹੁਤ ਸਮਝਾਉਣ ਦਾ ਯਤਨ ਕੀਤਾ, ਪਰ ਉਹ ਨਹੀਂ ਸਮਝਦਾ। ਉਹ ਬਾਦਸ਼ਾਹ ਦੇ ਕੋਲ ਜਾਣ ਲਈ ਤਿਆਰ ਹੋਇਆ ਬੈਠਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਇਹਦੇ ਕੋਲ ਦੁਬਾਰਾ ਨਹੀਂ ਜਾਣਾ, ਇਹ ਜੋ ਕਰਨਾ ਚਾਹੁੰਦਾ ਕਰਕੇ ਵੇਖ ਲਵੇ। ਅਸੀਂ ਚਾਹੁੰਦੇ ਸੀ ਕਿ ਇਹਨੂੰ ਨੀਵਾਂ ਨਾ ਹੋਣਾ ਪਵੇ ਕਿਸੇ ਅੱਗੇ ਜਾ ਕੇ। ਗੁਰੂ ਨਾਨਕ ਦਾ ਘਰ ਉੱਚਾ ਹੈ, ਇੱਥੇ ਤਾਂ ਬਿਆਨ ਤੋਂ ਫਰਿਆਦੀ ਲੋਕ ਚੱਲ ਕੇ ਆਉਂਦੇ ਨੇ, ਸੰਗਤੀ ਰੂਪ ਵਿੱਚ ਆ ਕੇ ਆਪਣੀਆਂ ਫਰਿਆਦਾਂ ਬੇਨਤੀਆਂ ਕਰਦੇ ਨੇ, ਤੇ ਇਹਦੇ ਵਿੱਚ ਉਚਿਤ ਗੱਲ ਨਹੀਂ ਹੋਵੇਗੀ। ਪਰ ਜੇ ਉਹ ਛਲ ਕਪਟ ਨੂੰ ਧਾਰਨ ਕਰੀ ਬੈਠਾ ਹੈ ਤੇ ਜੋ ਗੁਰੂ ਨਾਨਕ ਦਾ ਹੁਕਮ ਹੈ ਉਸੇ ਤਰ੍ਹਾਂ ਵਰਤਣਾ ਹੈ, ਉਸ ਹੁਕਮ ਦੇ ਵਿੱਚ ਰਾਜੀ ਰਹਿਣਾ ਹੈ, ਤੇ ਇਹਦਾ ਜਿਹੜਾ ਛਲ ਕਪਟ ਹੈ ਉਹ ਸਾਰਿਆਂ ਦੇ ਸਾਹਮਣੇ ਪ੍ਰਗਟ ਹੋ ਰਿਹਾ ਹੈ ਤੇ ਹੋ ਵੀ ਜਾਣਾ। ਇਸਨੇ ਨੀਵੇਂ ਹੋ ਜਾਣਾ ਹੈ, ਕੱਖਾਂ ਤੋਂ ਹੌਲੇ ਪੈ ਜਾਣਾ ਹੈ, ਤੇ ਪੱਲੇ ਕੁਛ ਨਹੀਂ ਪੈਣਾ। ਸੋ ਇਸ ਪ੍ਰਕਾਰ ਦੇ ਨਾਲ ਇਧਰ ਪ੍ਰਿਥੀ ਚੰਦ ਉਹ ਵੀ ਦਿਨੇ ਰਾਤ ਅੰਦਰੋਂ ਅੰਦਰੀ ਗਿਣਤੀਆਂ ਗਿਣਦਾ ਹੈ। ਕਦੀ ਗਿਣਤੀਆਂ ਗਿਣਦਾ ਬੜਾ ਆਪਣੇ ਆਪ ਨੂੰ ਨੀਵਾਂ ਸਮਝਦਾ, ਤੇ ਕਦੀ ਗਿਣਤੀਆਂ ਗਿਣਦਾ ਹੋਇਆ ਆਪਣੇ ਆਪ ਨੂੰ ਬਹੁਤ ਉੱਚਾ ਗਿਣਨ ਲੱਗ ਪੈਂਦਾ ਹੈ। ਵਿਚਾਰਾਂ ਕਰਦਾ ਹੈ, ਸੋਚਦਾ ਹੈ ਕਿ ਕਿਵੇਂ ਹੁਣ ਬਾਦਸ਼ਾਹ ਕੋਲ ਜਾ ਕੇ ਮੈਂ ਗੁਰਤਾ ਗੱਦੀ ਲੈਣੀ ਹੈ, ਉਹਦੇ ਬਾਰੇ ਵਿਉਂਤ ਬਣਾਉਂਦਾ ਹੈ। ਬੀਬੀ ਕਰਮਾ ਆਉਂਦੀ ਹੈ ਭੋਜਨ ਲੈ ਕੇ, ਤੇ ਆਪਸੀ ਵਿਚਾਰ ਜਦੋਂ ਇਹਨਾਂ ਦੀ ਹੁੰਦੀ ਹੈ ਸਮਝਾਉਣ ਦਾ ਯਤਨ ਕਰਦੀ ਹੈ। ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉੜਿਓ ਰਹਿ ਮਨ ਗਹਿ ਨਾ ਥਿਰਤਾ। ਪ੍ਰਿਥੀ ਚੰਦ ਦਾ ਮਨ ਹਰ ਵੇਲੇ ਉੱਡਿਆ ਰਹਿੰਦਾ ਹੈ, ਉੱਡੂ ਉੱਡੂ ਕਰਦਾ ਹੈ, ਸਥਿਰਤਾ ਪ੍ਰਾਪਤ ਨਹੀਂ ਹੁੰਦੀ। ਨਾ ਖਾਣ ਪਾਣ ਚੰਗਾ ਲੱਗਦਾ ਹੈ, ਕੁਝ ਵੀ ਇਹਦੇ ਮਨ ਨੂੰ ਚੰਗਾ ਨਹੀਂ ਲੱਗਦਾ। ਮਨ ਦੇ ਵਿੱਚ ਗਿਣਤੀਆਂ ਗਿਣਦਾ ਹੈ, ਮਨ ਹਮੇਸ਼ਾ ਇਹਦਾ ਉੱਡਦਾ ਰਹਿੰਦਾ ਹੈ। ਵਹਿਓ ਜਾਤ ਨਿਤ ਚਿੰਤਾ ਸਰਤਾ। ਜਿਵੇਂ ਚਿੰਤਾ ਦੇ ਵਿੱਚ ਮਨ ਹਰ ਵੇਲੇ ਰਹਿੰਦਾ ਹੈ, ਮਨ ਅੰਦਰ ਹਰ ਵੇਲੇ ਚਿੰਤਾ ਬਣੀ ਰਹਿੰਦੀ ਹੈ, ਚਿੰਤਾ ਤੋਂ ਮੁਕਤੀ ਨਹੀਂ ਹੁੰਦਾ ਇਹਦਾ ਮਨ। ਬਹੁਤ ਭਾਂਤ ਕਰਮੋ ਸਮਝਾਵੇ। ਤੇ ਜਿਵੇਂ ਨਦੀ ਦਾ ਵੇਗ ਬਹੁਤ ਤੇਜ਼ ਵਹਿੰਦਾ ਹੈ, ਤੇ ਉਹ ਤੇਜ਼ ਵੇਗ ਵਾਂਗੂ ਵਹਿੰਦੀ ਹੋਈ ਨਦੀ ਦੇ ਵਾਂਗ ਇਹਦਾ ਮਨ ਜਿਹੜਾ ਹੈ ਚਿੰਤਾ ਦੀ ਨਦੀ ਵਿੱਚ ਵਹਿੰਦਾ ਰਹਿੰਦਾ ਹੈ। ਇਹਦੀ ਘਰ ਵਾਲੀ ਬੀਬੀ ਕਰਮੋ ਉਹ ਸਮਝਾਉਣ ਦਾ ਯਤਨ ਕਰਦੀ ਹੈ, ਸਮਝਾਉਂਦੀ ਹੈ। ਰੁਚ ਸੋ ਭੋਜਨ ਕਿਉ ਨਹਿ ਖਾਵੈ। ਤੇ ਹੁਣ ਇਹਨੂੰ ਖਾਣ ਪੀਣ ਚੰਗਾ ਨਹੀਂ ਲੱਗਦਾ, ਚੰਗੀ ਤਰ੍ਹਾਂ ਭੋਜਨ ਨਹੀਂ ਛਕਦਾ। ਬੀਬੀ ਕਰਮੋ ਕਹਿਣ ਲੱਗੀ ਪ੍ਰਿਥੀ ਚੰਦ ਨੂੰ ਕਿ ਤੁਹਾਨੂੰ ਭੋਜਨ ਕਿਉਂ ਨਹੀਂ ਚੰਗਾ ਲੱਗਦਾ, ਤੁਸੀਂ ਭੋਜਨ ਚੰਗੀ ਤਰ੍ਹਾਂ ਕਿਉਂ ਨਹੀਂ ਖਾਂਦੇ ਹੋ। ਹਮਰੇ ਭੇ ਹੋਵਤ ਗੁਜਰਾਨਾ। ਆਪਣਾ ਗੁਜ਼ਾਰਾ ਚੱਲੀ ਜਾ ਰਿਹਾ ਹੈ ਨਾ, 2 ਵਕਤ ਦਾ ਭੋਜਨ ਮਿਲ ਰਿਹਾ ਹੈ, ਗੁਜ਼ਾਰਾ ਚੱਲ ਰਿਹਾ ਹੈ। ਤੁਹਾਡੇ ਮਿੱਤਰ ਸੁਲੇਹ ਖਾਨ ਨੇ ਆ ਨਗਰ ਹੇਹਰ ਦੇ ਦਿੱਤਾ ਹੈ, ਨਗਰ ਦੇ ਵਿੱਚ ਵਸ ਰਹੇ ਆ, ਕੁਝ ਲੋਕ ਆਪਣੇ ਕੋਲ ਚੱਲ ਕੇ ਆ ਰਹੇ ਨੇ, ਉਹਦੇ ਨਾਲ ਆਪਣਾ ਜਿਹੜਾ ਗੁਜ਼ਾਰਾ ਹੈ ਉਹ ਚੱਲੀ ਜਾ ਰਿਹਾ ਹੈ। ਆਨਤ ਸਿੱਖ ਉਪਾਇਨ ਨਾਨਾ। ਤੇ ਜਿਹੜੀਆਂ ਤੁਹਾਡੀਆਂ ਸਿੱਖ ਸੰਗਤਾਂ ਹਨ ਉਹ ਤੁਹਾਡੇ ਕੋਲ ਚੱਲ ਕੇ ਆਉਂਦੀਆਂ ਨੇ,
ਅਨੇਕ ਪ੍ਰਕਾਰ ਦੇ ਤੋਹਫੇ ਭੇਟਾਵਾਂ ਆਦਿਕ ਧਨ ਆਪ ਜੀ ਨੂੰ ਅਰਪਣ ਕਰਦੀਆਂ ਹਨ। ਕਰਤੇ ਰਹੋ ਮਹਿਦ ਉਦਯੋਗਾ। ਤੇ ਤੁਸੀਂ ਮਨ ਅੰਦਰ ਚਿੰਤਾ ਨਾ ਕਰੋ, ਤੁਸੀਂ ਉਪਾਅ ਕਰਦੇ ਰਹੋ। ਗੁਰਤਾ ਗੱਦੀ ਨੂੰ ਲੈਣ ਵਾਸਤੇ, ਪ੍ਰਾਪਤ ਕਰਨ ਵਾਸਤੇ, ਆਪਣਾ ਹੱਕ ਲੈਣ ਲਈ ਤੁਸੀਂ ਜਿਹੜਾ ਯੋਗ ਉਪਾਅ ਹੈ ਉਹ ਤੁਸੀਂ ਕਰਦੇ ਰਹੋ। ਜਿਮ ਸ਼ਰੀਕ ਹੋਏ ਹਾਨਤ ਜੋਗਾ। ਤੇ ਸ਼ਰੀਕਾਂ ਦਾ ਨੁਕਸਾਨ ਕਿਵੇਂ ਹੋਵੇ, ਸ਼ਰੀਕਾਂ ਦੀ ਹਾਨੀ ਕਿਵੇਂ ਹੋਵੇ, ਉਸ ਤਰ੍ਹਾਂ ਦਾ ਯੋਗ ਕੰਮ ਤੁਸੀਂ ਕਰੋ ਜਿਸ ਦੇ ਨਾਲ ਸ਼ਰੀਕਾਂ ਦੀ ਹਾਨੀ ਹੋਵੇ। ਮਿਲੋ ਸਲਾਹ ਕਰੋ ਸੁਲਹੇ ਸੋ। ਤੁਹਾਡਾ ਮਿੱਤਰ ਹੈ ਸੁਲਹੇ ਖਾਂ, ਤੇ ਤੁਸੀਂ ਸੁਲਹੇ ਖਾਂ ਨੂੰ ਮਿਲ ਕੇ ਉਹਦੇ ਨਾਲ ਸਲਾਹ ਕਰੋ, ਉਹਦੇ ਨਾਲ ਮਸ਼ਵਰਾ ਕਰਕੇ ਕੋਈ ਰਸਤਾ ਲੱਭੋ। ਦਿੱਲੀ ਪਹੁੰਚਨ ਹੋਏ ਜਲਦੀ ਸੋ। ਤੇ ਜਿਹਦੇ ਨਾਲ ਤੁਹਾਡਾ ਦਿੱਲੀ ਜਾਣਾ ਬਹੁਤ ਜਲਦੀ ਹੈ ਉਹ ਬਣ ਜਾਵੇ। ਦਿੱਲੀ ਜਾਣ ਵਾਸਤੇ ਜਿਹੜਾ ਹੈ ਉਹ ਕਾਰਜ ਕਰਨ ਵਾਸਤੇ ਤੁਸੀਂ ਜਾਣਾ ਹੈ, ਉਹ ਦਿੱਲੀ ਜਾਣ ਲਈ ਤੁਹਾਡੀ ਜਲਦੀ ਤਿਆਰੀ ਹੋ ਜਾਵੇ। ਇਹ ਤੁਸੀਂ ਸੁਲਹੇ ਖਾਂ ਨਾਲ ਮਿਲ ਕੇ ਕੋਈ ਰਸਤਾ ਲੱਭੋ, ਸਲਾਹ ਕਰੋ। ਕਬ ਕਬ ਕਰਮੋ ਧੀਰਜ ਦੇਤ। ਤੇ ਹੁਣ ਕਦੇ ਕਦੇ ਜਦੋਂ ਇਹ ਬੇਬੇ ਕਰਮੋ ਪ੍ਰਿਥੀ ਚੰਦ ਦੀ ਘਰ ਵਾਲੀ ਪ੍ਰਿਥੀ ਚੰਦ ਨੂੰ ਜਦੋਂ ਧੀਰਜ ਦਿੰਦੀ ਹੈ, ਬਾਤਾਂ ਕਰਤ ਅਸਨ ਕਰ ਲੇਤ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ, ਧੀਰਜ ਦਿੰਦਿਆਂ ਜਦੋਂ ਗੱਲਾਂ ਬਾਤਾਂ ਵਿੱਚ ਲਾਉਂਦੀ ਹੈ ਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪ੍ਰਿਥੀ ਚੰਦ ਭੋਜਨ ਕਰ ਲੈਂਦਾ ਹੈ। ਜੇਕਰ ਬੀਬੀ ਕਰਮੋ ਸਿਆਣਪ ਵਰਤਦੀ, ਸਿਆਣੀ ਹੁੰਦੀ, ਤਾਂ ਉਹ ਪ੍ਰਿਥੀ ਚੰਦ ਨੂੰ ਸਮਝਾ ਸਕਦੀ ਸੀ ਕਿ ਤੁਸੀਂ ਇਸ ਤਰ੍ਹਾਂ ਹੁਣ ਅੱਗੇ ਝਗੜੇ ਵਿੱਚ ਨਾ ਪਵੋ, ਝਗੜਾ ਨਾ ਵਧਾਵੋ। ਨਗਰ ਤੁਹਾਨੂੰ ਮਿਲ ਗਿਆ, ਇੱਥੇ ਸੁੱਖ ਨਾਲ ਵਸ ਰਹੇ ਆ, ਆਨੰਦ ਬਣਿਆ ਹੋਇਆ, ਭੋਜਨ ਪ੍ਰਸ਼ਾਦ ਆਨੰਦ ਨਾਲ ਛਕ ਰਹੇ ਆ, ਪਰ ਇਹਨੇ ਵੀ ਸਮਝਾਉਣ ਦਾ ਯਤਨ ਨਹੀਂ ਕੀਤਾ। ਇਹਦੇ ਕੋਲ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਸੀ, ਇਹ ਵੀ ਹਰ ਵੇਲੇ ਉਕਸਾਉਣ ਤੇ ਰਹੇ। ਇਹ ਜਦੋਂ ਇਸ ਤਰ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੀ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪ੍ਰਿਥੀ ਚੰਦ ਭੋਜਨ ਕਰ ਲੈਂਦਾ ਹੈ। ਸੁਲਹੇ ਸਾਥ ਸੁਕਬ ਹੈ ਇਕੱਠ ਹੈ। ਤੇ ਹੁਣ ਸੁਲਹੇ ਖਾਂ ਦੇ ਨਾਲ ਜਦੋਂ ਪ੍ਰਿਥੀ ਚੰਦ ਦਾ ਮਿਲਾਪ ਹੁੰਦਾ, ਜਦੋਂ ਦੋਵੇਂ ਜਣੇ ਇਕੱਠੇ ਹੁੰਦੇ ਹਨ, ਸੰਕਟ ਕਰਤ ਨਵੇਦਨ ਬੈਠ ਹੈ। ਤੇ ਹੁਣ ਜਿਹੜਾ ਪਿਆ ਹੋਇਆ ਸੰਕਟ ਹੈ, ਇਹ ਸੰਕਟ ਨੂੰ ਦੂਰ ਕਰਨ ਦੇ ਲਈ ਆਪਸ ਦੇ ਵਿੱਚ ਮਿਲ ਕੇ ਸਲਾਹ ਮਸ਼ਵਰਾ ਕਰਦੇ, ਵਿਚਾਰ ਕਰਦੇ ਹਨ। ਨਿਸ ਦਿਨ ਦਰਬ ਉਪਾਇਨ ਨਾਨਾ। ਹੁਣ ਪ੍ਰਿਥੀ ਚੰਦ ਜਿਹਦਾ ਹਰ ਵੇਲੇ ਧਿਆਨ ਮਾਇਆ ਨੇ ਇੰਨਾ ਜ਼ਿਆਦਾ ਭਰਮਾਇਆ ਹੋਇਆ ਸੀ ਪ੍ਰਿਥੀ ਚੰਦ ਦੇ ਮਨ ਨੂੰ, ਕਿ ਉਹਦਾ ਮਨ ਕਦੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲੱਗਦਾ ਹੀ ਨਹੀਂ, ਕਦੀ ਬੰਦਗੀ ਕਰਨ ਬਾਰੇ ਉਹਦੇ ਮਨ ਵਿੱਚ ਖਿਆਲ ਹੀ ਨਹੀਂ ਆਉਂਦਾ। ਮਾਇਆ ਨੇ ਮਨ ਨੂੰ ਬਹੁਤ ਭਰਮਾਇਆ ਹੋਇਆ ਸੀ, ਇਸ ਕਰਕੇ ਪ੍ਰਿਥੀ ਚੰਦ ਦਾ ਮਨ ਹਮੇਸ਼ਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਿਹੜੀਆਂ ਭੇਟਾਵਾਂ ਆਉਂਦੀਆਂ, ਜਿਹੜਾ ਧਨ ਆਉਂਦਾ, ਉਹਨਾਂ ਦੇ ਬਾਰੇ ਸੋਚਦਾ ਵਿਚਾਰਦਾ ਰਹਿੰਦਾ। ਤੇ ਸੁਲਹੇ ਖਾਂ ਨੂੰ ਕਹਿਣ ਲੱਗਾ ਕਿ ਗੁਰੂ ਅਰਜਨ ਦੇਵ ਕੋਲ ਤਾਂ ਬਹੁਤ ਸਾਰੀਆਂ ਭੇਟਾਵਾਂ, ਬਹੁਤ ਧਨ ਉੱਥੇ ਆਉਂਦਾ ਹੈ। ਅਰਪ ਹੈ ਅਰਜਨ ਕੇ ਢਿਗ ਆਨਾ। ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਚੱਲ ਕੇ ਆਉਂਦੀਆਂ ਹਨ, ਉਹ ਬਹੁਤ ਸਾਰੇ ਤੋਹਫੇ, ਬਹੁਤ ਸਾਰਾ ਧਨ ਗੁਰੂ ਅਰਜਨ ਦੇਵ ਜੀ ਕੋਲ ਆ ਕੇ ਉਹਨਾਂ ਨੂੰ ਚੜਾਉਂਦੀਆਂ ਹਨ। ਧਨੀ ਸਮਾਜ ਪ੍ਰਤਾਪ ਨਿਧਾਨਾ। ਤੇ ਅਰਜਨ ਦੇਵ ਜੀ ਦਾ ਜਿਹੜਾ ਤੇਜ ਪ੍ਰਤਾਪ ਹੈ ਤੇ ਬਹੁਤ ਧਨ ਦੇ ਸਹਿਤ ਇਹ ਸੰਗਤਾਂ ਦੇ ਵਿੱਚ ਉਹਨਾਂ ਦਾ ਜਿਹੜਾ ਬਹੁਤ ਪ੍ਰਤਾਪ ਵਧਿਆ ਹੈ। ਬਦਤ ਬਦਤ ਵਧ ਗਇਓ ਮਹਾਨਾ। ਕਹਿਣ ਲੱਗਾ ਦਿਨ ਪ੍ਰਤੀ ਵੱਧਦਾ ਗਿਆ। ਹੁਣ ਬਹੁਤ ਜ਼ਿਆਦਾ ਉਹਨਾਂ ਦਾ ਪ੍ਰਤਾਪ ਜਿਹੜਾ ਉਹ ਚਾਰੇ ਪਾਸੇ ਵੱਧ ਚੁੱਕਾ ਹੈ। ਚੱਲਨ ਸਾਹੋ ਢਿਗ ਠਟ ਹੋ ਉਪਾਓ। ਹੁਣ ਕਹਿਣ ਲੱਗਾ ਸੁਲਹੇ ਖਾਂ ਨੂੰ ਪ੍ਰਿਥੀ ਚੰਦ, ਕਹਿੰਦਾ ਮੇਰੇ ਮਿੱਤਰ ਸੁਲਹੇ ਖਾਂ,
ਹੁਣ ਬਾਦਸ਼ਾਹ ਕੋਲ ਜਾਣ ਦਾ ਕੋਈ ਉਪਾਅ ਬਣਾ। ਹੁਣ ਮਨ ਨੂੰ ਇੰਨੀ ਜ਼ਿਆਦਾ ਕਾਹਲੀ ਪਈ ਹੋਈ ਹੈ, ਮਨ ਚਾਹੁੰਦਾ ਕਿ ਕਿਹੜੇ ਵੇਲੇ ਛੇਤੀ ਮੈਂ ਬਾਦਸ਼ਾਹ ਕੋਲ ਪਹੁੰਚ ਜਾਵਾਂ, ਦੇਰੀ ਨਾ ਲੱਗੇ ਹੁਣ ਮੇਰੇ ਜਾਣ ਵਿੱਚ। ਸੁਲੇਖਾ ਕੋਈ ਐਸਾ ਉਪਾਅ ਲੱਭ ਜਿਹਦੇ ਨਾਲ ਛੇਤੀ ਆਪਾਂ ਬਾਦਸ਼ਾਹ ਦੇ ਕੋਲ ਪਹੁੰਚ ਜਾਈਏ। ਕਰ ਲੀਜੈ ਹੈ ਕਾਰਜ ਰਹਿ ਕਾਓ। ਤੇ ਹੈ ਸੁਲੇਖਾ, ਜਿਸ ਕੰਮ ਵਾਸਤੇ ਤੈਨੂੰ ਜਹਾਂਗੀਰ ਬਾਦਸ਼ਾਹ ਨੇ ਇੱਥੇ ਭੇਜਿਆ, ਤੇ ਜਿਹੜਾ ਕੋਈ ਥੋੜਾ ਬਹੁਤਾ ਕੰਮ ਰਹਿ ਗਿਆ ਤੂੰ ਉਹਨੂੰ ਛੇਤੀ ਨਾਲ ਨਿਪਟਾ ਲੈ, ਉਹ ਕੰਮ ਨੂੰ ਛੇਤੀ ਪੂਰਾ ਕਰ ਲੈ। ਮੋਰ ਮਨੋਰਥ ਤਹ ਤੇ ਪੂਰੇ। ਤੇ ਮੇਰਾ ਜਿਹੜਾ ਮਨੋਰਥ ਹੈ ਉਹ ਤੇਰੇ ਦੁਆਰਾ ਪੂਰਾ ਹੋਣਾ ਹੈ, ਕਿਉਂਕਿ ਤੂੰ ਬਾਦਸ਼ਾਹ ਦੇ ਕੋਲ ਰਹਿਣਾ ਹੈ, ਬਾਦਸ਼ਾਹ ਦਾ ਬਹੁਤ ਨਜ਼ਦੀਕੀ ਹੈ। ਇਸ ਕਰਕੇ ਮੇਰਾ ਮਨੋਰਥ ਜਿਹੜਾ ਹੈ ਉਹ ਸੁਲੇਖਾ ਤੇਰੇ ਦੁਆਰਾ ਪੂਰਾ ਹੋਣਾ ਹੈ। ਸਾਹੋ ਸੰਗ ਹੋਏ ਮਿਲਨ ਹਦੂਰੇ। ਤੇ ਬਾਦਸ਼ਾਹ ਦੇ ਨਾਲ ਉਹਦੀ ਹਜ਼ੂਰੀ ਦੇ ਵਿੱਚ ਜਿਹੜਾ ਮਿਲਾਪ ਹੈ ਉਹ ਵੀ ਤੇਰੇ ਕਰਕੇ ਮੇਰਾ ਹੋਣਾ ਹੈ, ਕਿਉਂਕਿ ਉਹਦਾ ਨਜ਼ਦੀਕੀ ਹੈ, ਤੂੰ ਉਹਦੀ ਸਭਾ ਦੇ ਵਿੱਚ ਹਰ ਵੇਲੇ ਰਹਿਣਾ ਹੈ। ਇਸ ਕਰਕੇ ਬਾਦਸ਼ਾਹ ਨਾਲ ਜਿਹੜਾ ਮੇਰਾ ਮਿਲਾਪ ਹੈ ਉਹ ਵੀ ਤੇਰੇ ਕਰਕੇ ਹੋਵੇਗਾ। ਤੂੰ ਸਮ ਸਖਾ ਰਹਿਤ ਚਿਤ ਆਸਾ। ਮੇਰੇ ਮਨ ਅੰਦਰ ਇਹ ਆਸ ਬਣੀ ਰਹਿੰਦੀ ਹੈ ਹਰ ਵੇਲੇ ਕਿ ਤੂੰ ਮੇਰਾ ਬਹੁਤ ਵਧੀਆ ਤੇ ਗੂੜਾ ਮਿੱਤਰ ਹੈ। ਕਰਹਿ ਕਾਜ ਮੁਝ ਮਨ ਪਰਵਾਸਾ। ਤੇ ਮੇਰੇ ਮਨ ਨੂੰ ਭਰੋਸਾ ਵੀ ਹੈ ਕਿ ਤੂੰ ਮੇਰਾ ਕੰਮ ਜ਼ਰੂਰ ਕਰੇਗਾ, ਬਹੁਤ ਮੇਰਾ ਤੂੰ ਵਧੀਆ ਮਿੱਤਰ ਹੈ। ਤੇ ਇਸ ਕਰਕੇ ਮੇਰੇ ਮਨ ਅੰਦਰ ਪੂਰਨ ਵਿਸ਼ਵਾਸ ਤੇ ਭਰੋਸਾ ਹੈ ਕਿ ਮੇਰਾ ਕੰਮ ਤੂੰ ਜ਼ਰੂਰ ਹੀ ਕਰੇਗਾ। ਤੋਹੇ ਅਲੰਬ ਬਲੰਬ ਬਹਿਨਾ। ਤੇ ਇਸ ਕਰਕੇ ਤੇਰੇ ਤੇ ਮੈਨੂੰ ਪੂਰਨ ਆਸ ਹੈ, ਤੇਰੇ ਵਿੱਚੋਂ ਹੀ ਮੈਂ ਵੇਖ ਰਿਹਾ ਕਿ ਤੂੰ ਮੇਰੇ ਕਾਰਜ ਨੂੰ ਜ਼ਰੂਰ ਸਵਾਰੇਗਾ। ਤੇਰੇ ਦੁਆਰਾ ਮੇਰਾ ਕਾਰਜ ਜਿਹੜਾ ਹੈ ਉਹ ਪੂਰਾ ਤੋਂ ਜ਼ਰੂਰ ਕਰ ਦੇਵੇਂਗਾ, ਜਿਹੜੇ ਗੁਰਿਆਈ ਦਾ ਕਾਰਜ ਹੈ। ਆਏ ਕਦੰਬ ਮੋਹੇ ਗੁਰ ਕੀਨਾ। ਤੇ ਜਿਹੜਾ ਇਹ ਮੇਰਾ ਕਾਰਜ ਹੈ ਗੁਰਤਾ ਗੱਦੀ ਦੇ ਪ੍ਰਾਪਤ ਕਰਨ ਦਾ, ਜਦੋਂ ਤੂੰ ਬਾਦਸ਼ਾਹ ਦੇ ਕੋਲ ਮੈਨੂੰ ਲੈ ਕੇ ਜਾਵੇਂਗਾ, ਬਾਦਸ਼ਾਹ ਕੋਲ ਪਹੁੰਚ ਕੇ ਤੇਰੇ ਦੁਆਰਾ ਮੈਂ ਜਿਹੜਾ ਹੈ ਉਹ ਗੁਰੂ ਬਣ ਜਾਵਾਂਗਾ, ਤੂੰ ਮੈਨੂੰ ਗੁਰਿਆਈ ਲੈ ਦੇਵੇਂਗਾ। ਦੀਨੇ ਸਰਬ ਭਾਂਤ ਸੁਖ ਜੈਸੇ। ਤੇ ਜਿਵੇਂ ਆਹਿਹਰ ਨਗਰ ਤੂੰ ਮੈਨੂੰ ਜੋ ਦਿੱਤਾ ਹੈ, ਇਹ ਪਟਾ ਮੇਰੇ ਨਾਮ ਕਰ ਦਿੱਤਾ ਹੈ, ਇਹ ਨਗਰ ਦੇ ਕੇ ਬਹੁਤ ਪ੍ਰਕਾਰ ਦੇ ਸੁਖ ਮੈਨੂੰ ਤੂੰ ਬਖਸ਼ੇ ਹਨ। ਲੈ ਦੇਵੋ ਗੁਰਤਾ ਚਲ ਤੈਸੇ। ਤੇ ਜਿਵੇਂ ਆ ਨਗਰ ਮੈਨੂੰ ਦੇ ਕੇ, ਨਗਰ ਮੇਰੇ ਨਾਂ ਤੇ ਕਰਕੇ ਮੈਨੂੰ ਸੁਖ ਦਿੱਤੇ ਨੇ ਸੁਲੇਖਾ, ਉਸੇ ਤਰ੍ਹਾਂ ਹੀ ਤੂੰ ਮੈਨੂੰ ਗੁਰਤਾ ਗੱਦੀ ਵੀ ਦਿਵਾਉਣਾ ਕਰ। ਸੁਲਹੇ ਕਹਿਓ ਰਾਖ ਬਿਸਵਾਸਾ। ਇਹ ਪ੍ਰਿਥੀ ਚੰਦ ਦੀਆਂ ਇਹ ਗੱਲਾਂ ਸੁਣ ਕੇ ਸੁਲੇਖਾ ਕਹਿਣ ਲੱਗਾ, ਐ ਮੇਰੇ ਮਿੱਤਰ ਤੂੰ ਮੇਰੇ ਤੇ ਵਿਸ਼ਵਾਸ ਕਰ, ਥੋੜਾ ਧੀਰਜ ਵੀ ਰੱਖ ਤੇ ਮੇਰੇ ਤੇ ਵਿਸ਼ਵਾਸ ਕਰ। ਦਿੱਲੀ ਚੱਲੇ ਪੁਰਬ ਤੁਮ ਆਸਾ। ਤੇ ਆਪਾਂ ਜਦੋਂ ਦਿੱਲੀ ਜਾਵਾਂਗੇ, ਦਿੱਲੀ ਪਹੁੰਚ ਕੇ ਤੇਰੇ ਮਨ ਦੀ ਆਸਾ ਜ਼ਰੂਰ ਪੂਰੀ ਹੋਵੇਗੀ। ਮੈਂ ਬਾਦਸ਼ਾਹ ਕੋਲ ਪਹੁੰਚ ਕੇ ਤੇਰਾ ਮਨੋਰਥ ਜ਼ਰੂਰ ਪੂਰਾ ਕਰਾਂਗਾ। ਕਰ ਲੀਨਸ ਕਾਰਜ ਮੈਂ ਸਾਰੇ। ਤੇ ਸਾਰੇ ਕੰਮ ਜਿਹੜੇ ਬਾਦਸ਼ਾਹ ਨੇ ਮੈਨੂੰ ਸੌਂਪ ਕੇ ਇਸ ਇਲਾਕੇ ਵਿੱਚ ਭੇਜਿਆ ਸੀ, ਉਹ ਸਾਰੇ ਕੰਮ ਮੈਂ ਪੂਰੇ ਕਰ ਲਏ ਹਨ। ਅਬ ਹੈ ਪ੍ਰਤੀਖਤ ਸਾਹੋ ਹਕਾਰੇ। ਹੁਣ ਤਾਂ ਬਸ ਮੈਂ ਉਡੀਕ ਕਰ ਰਿਹਾ ਕਿ ਕਦੋਂ ਬਾਦਸ਼ਾਹ ਦਾ ਸੁਨੇਹਾ ਆਵੇ ਤੇ ਮੈਂ ਦਿੱਲੀ ਵੱਲ ਨੂੰ ਚਾਲੇ ਪਾ ਦਿਆਂ, ਇਸ ਗੱਲ ਦੀ ਮੈਨੂੰ ਉਡੀਕ ਹੈ। ਆਵ ਹੈ ਖਤ ਕੁਛ ਥੋਰਨ ਦਿਨ ਮੈਂ। ਤੇ ਬਸ ਕੁਝ ਦਿਨ ਦੀ ਗੱਲ ਹੈ ਪ੍ਰਿਥੀ ਚੰਦ, ਕੁਝ ਦਿਨਾਂ ਦੇ ਵਿੱਚ ਹੀ ਬਾਦਸ਼ਾਹ ਵੱਲੋਂ ਮੈਨੂੰ ਖਤ ਜਿਹੜਾ ਹੈ ਚਿੱਠੀ ਪੱਤਰਕਾ ਆ ਜਾਵੇਗੀ। ਤੂਰਨ ਚਲ ਹੈ ਆਨੰਦ ਕਰ ਮਨ ਮੈਂ। ਤੇ ਜਦੋਂ ਬਾਦਸ਼ਾਹ ਦਾ ਸੁਨੇਹਾ ਆ ਗਿਆ, ਬਾਦਸ਼ਾਹ ਦੀ ਪੱਤਰਕਾ ਆ ਗਈ,
ਫਿਰ ਆਪਾਂ ਉਸੇ ਵੇਲੇ ਤੁਰੰਤ ਹੀ ਦਿੱਲੀ ਵੱਲ ਨੂੰ ਚਾਲੇ ਪਾ ਦਿਆਂਗੇ, ਮਨ ਦੇ ਅੰਦਰ ਆਨੰਦ ਧਾਰਨ ਕਰਕੇ। ਇਸ ਪ੍ਰਕਾਰ ਦੇ ਧੀਰਜ ਰਾਖੇ। ਇਸ ਪ੍ਰਕਾਰ ਦੇ ਨਾਲ ਸੁਲੇਖਾਂ ਨੇ ਬਹੁਤ ਜਿਹੜਾ ਧੀਰਜ ਹੈ ਉਹ ਪ੍ਰਿਥੀ ਚੰਦ ਨੂੰ ਦੇਣਾ ਕੀਤਾ। ਦੇਤ ਦਰਬ ਅਰ ਮਾਧੁਰ ਭਾਖੇ। ਤੇ ਕੋਲੋਂ ਕੁਝ ਧਨ ਵੀ ਦਿੱਤਾ ਤੇ ਨਾਲ ਬਹੁਤ ਅਜਿਹੇ ਮਿੱਠੇ ਬੋਲ ਬੋਲ ਕੇ ਪ੍ਰਿਥੀ ਚੰਦ ਦੇ ਮਨ ਅੰਦਰ ਧੀਰਜ ਬਣਾਇਆ। ਕੇਤਕ ਦਿਨ ਪੁਨ ਜਬ ਹੈ ਬਤਾਏ। ਤੇ ਕੁਝ ਦਿਨ ਦਾ ਸਮਾਂ ਜਦੋਂ ਹੋਰ ਇੱਥੇ ਰਹਿੰਦਿਆਂ ਬਤੀਤ ਹੋਇਆ, ਪ੍ਰਿਥਿਆ ਮਹਤ ਰਹਿਤ ਅਕੁਲਾਏ। ਤੇ ਪ੍ਰਿਥੀ ਚੰਦ ਦੇ ਮਨ ਅੰਦਰ ਧੀਰਜ ਬਾਣੀ ਨਹੀਂ ਰਿਹਾ। ਭਾਵੇਂ ਹਾਲਾਂਕਿ ਸੁਲੇਖਾਂ ਨੇ ਇਹਨੂੰ ਕਹਿ ਕੇ ਬੜਾ ਸਮਝਾਇਆ, ਪਰ ਇਹਦਾ ਮਨ ਸਦਾ ਵਿਆਕੁਲ ਹੋਇਆ ਰਹਿੰਦਾ ਹੈ। ਸੁਲਹੇ ਨੇ ਜੋ ਦੂਤ ਪਠਾਇਓ। ਇਧਰੋਂ ਸੁਲਹੀ ਖਾਨ ਨੇ ਆਪਣਾ ਇੱਕ ਦੂਤ ਬਾਦਸ਼ਾਹ ਦੇ ਕੋਲ ਦਿੱਲੀ ਭੇਜਿਆ ਸੀ ਕਿ ਜਿਹੜੇ ਸਾਰੇ ਕੰਮ ਸਨ ਉਹ ਕੰਮ ਮੈਂ ਪੂਰੇ ਕਰ ਲਏ ਹਨ, ਅੱਗੇ ਆਪ ਦਾ ਕੀ ਹੁਕਮ ਹੈ, ਇਸ ਵਾਸਤੇ ਆਪਣਾ ਦੂਤ ਇੱਕ ਦਿੱਲੀ ਭੇਜਿਆ ਹੋਇਆ ਸੀ। ਉਹ ਦੂਤ ਜਿਹੜਾ ਸੀ ਦਿੱਲੀ ਗਿਆ ਹੋਇਆ। ਇਤਨੇ ਮਹਿ ਚੱਲ ਸੋ ਤਹ ਆਇਓ। ਉਹ ਭੇਜਿਆ ਹੋਇਆ ਸੁਲੇਖਾਂ ਖਾਨ ਦਾ ਦੂਤ ਦਿੱਲੀ ਤੋਂ ਵਾਪਸ ਚੱਲ ਕੇ ਆ ਗਿਆ। ਜਹਾਂਗੀਰ ਭੇਜਾ ਪਰਵਾਨਾ। ਤੇ ਜਹਾਂਗੀਰ ਬਾਦਸ਼ਾਹ ਨੇ ਸੁਲੇਖਾਂ ਖਾਨ ਦੇ ਨਾਂ ਤੇ ਇੱਕ ਪਰਵਾਨਾ ਭੇਜਿਆ। ਜੋ ਪੈਸਾ ਉਗਰਾਹ ਮਹਾਨਾ। ਕਹਿਣ ਲੱਗਾ ਕਿ ਸੁਲੇਖਾਂ ਖਾਨ, ਜਿੰਨਾ ਵੀ ਇਸ ਇਲਾਕੇ ਦੇ ਵਿੱਚ ਤੂੰ ਪੈਸਾ ਇਕੱਠਾ ਕੀਤਾ ਹੈ, ਜੋ ਉਗਰਾਹੀ ਕੀਤੀ ਹੈ, ਜਿੰਨਾ ਵੀ ਧਨ ਇਕੱਠਾ ਹੋਇਆ ਹੈ, ਸੋ ਲੈ ਕਰ ਆਵੋ ਮੁਝ ਓਰਾ। ਉਹ ਸਾਰਾ ਜਿੰਨਾ ਧਨ ਹੈ, ਜਿੰਨੇ ਪਦਾਰਥ ਨੇ, ਉਹ ਸਾਰਾ ਕੁਝ ਲੈ ਕੇ ਤੂੰ ਮੇਰੇ ਕੋਲ ਆ ਜਾ। ਖਤ ਦੇਖਤ ਨਹਿ ਰਹੋ ਥਿਤ ਥੋਰਾ। ਆ ਪੱਤਰਕਾਂ ਨੂੰ ਪੜ੍ਹਦੇ ਆ, ਤੂੰ ਉੱਥੇ ਦੇਰੀ ਨਹੀਂ ਲਾਉਣੀ। ਪੱਤਰਕਾਂ ਨੂੰ ਪੜ੍ਹਦਿਆਂ ਤੁਰੰਤ ਉਸੇ ਵੇਲੇ ਉੱਥੋਂ ਚਾਲੇ ਪਾ ਦੇਣੇ ਨੇ, ਉੱਥੇ ਰੁਕਣਾ ਨਹੀਂ ਹੈ। ਸੋਨ ਸੁਲਹੇ ਕਰ ਹਰਖ ਬਸਾਲਾ। ਤੇ ਜਦੋਂ ਹੁਣ ਬਾਦਸ਼ਾਹ ਦਾ ਪਰਵਾਨਾ ਮਿਲਿਆ, ਉਹ ਪੱਤਰਕਾ ਪੜ੍ਹੀ ਹੈ, ਤੇ ਸੁਲੇਖਾਂ ਆਪਣੇ ਮਨ ਹੀ ਮਨ ਅੰਦਰ ਬਹੁਤ ਖੁਸ਼ ਹੋਇਆ। ਸੌਜ ਸਕੇਲ ਲਲਤ ਤਤਕਾਲਾ। ਤੇ ਹੁਣ ਉਸੇ ਵੇਲੇ ਜਿੰਨੀ ਮਾਇਆ ਇਕੱਠੀ ਕੀਤੀ ਸੀ, ਧਨ ਉਗਰਾਇਆ ਸੀ, ਉਹ ਸਾਰਾ ਇੱਕ ਜਗ੍ਹਾ ਤੇ ਇਕੱਠਾ ਕਰਵਾ ਲਿਆ। ਆਪਣੇ ਸਭ ਤਿਆਰੀ ਕਰਵਾਇਸ। ਤੇ ਹੁਣ ਆਪ ਦਿੱਲੀ ਜਾਣ ਵਾਸਤੇ ਹਰ ਪ੍ਰਕਾਰ ਦੇ ਨਾਲ ਸਾਰੀ ਤਿਆਰੀ ਕਰਵਾਈ ਹੈ। ਦਰਬ ਅਤਕ ਹੈ ਸੰਗ ਲਦਾਇਸ। ਤੇ ਜਿੰਨਾ ਧਨ ਸੀ ਜਾਂ ਕੋਈ ਹੋਰ ਕੀਮਤੀ ਪਦਾਰਥ ਸਨ, ਉਹ ਸਾਰਾ ਕੁਝ ਜਿਹੜਾ ਸੀ ਆਪਣੇ ਨਾਲ ਉਹ ਸਾਰਾ ਲਦਾ ਲਿਆ। ਸਾਰਾ ਸਮਾਨ ਬੰਨ ਕੇ ਜਿਹੜਾ ਹੈ ਬੈਲ ਗੱਡੀਆਂ ਦੇ ਵਿੱਚ ਊਠਾਂ ਤੇ ਲੱਦਿਆ ਗਿਆ। ਭਲੇ ਤੁਰੰਗ ਮਤੰਗਨ ਲੀਨਸ। ਤੇ ਜਿਹੜੇ ਬੜੇ ਬਲਵਾਨ ਘੋੜੇ ਸਨ, ਹਾਥੀ ਸਨ, ਉਹ ਸਾਰੇ ਨਾਲ ਲੈ ਲਏ। ਵਸਤਰ ਭੂਖਣ ਸੁੰਦਰ ਕੀਨਸ। ਤੇ ਬਹੁਤ ਸੋਹਣੇ ਜਿਹੜੇ ਸੁੰਦਰ ਵਸਤਰ ਉਹ ਇਹਨੇ ਪਹਿਨੇ ਨੇ ਸੁਲੇਖਾਂ ਨੇ, ਤੇ ਗਹਿਣੇ ਵੀ ਇਹਨੇ ਪਹਿਨੇ ਹਨ। ਤਿਆਰੀ ਕੀਤੀ ਹੈ ਸਾਰੀ ਚੱਲਣ ਦੀ। ਨਜ਼ਰ ਦੇਨ ਵਸਤੂ ਬਹੁ ਮੋਲਾ। ਤੇ ਜਿਹੜਾ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਨਜ਼ਰਾਨਾ ਭੇਟ ਕਰਨਾ ਸੀ, ਤੇ ਬਹੁਤ ਕੀਮਤੀਆਂ ਜਿਹੜੀਆਂ ਬਹੁਤ ਮੁੱਲ ਵਾਲੀਆਂ ਭੇਟਾਵਾਂ ਸਨ। ਸੰਚਨ ਕਰੇ ਦੇਸ਼ ਟੰਡੋਲਾ। ਤੇ ਜਿਹੜੀਆਂ ਇਸ ਇਲਾਕੇ ਦੇ ਵਿੱਚ ਫਿਰ ਕੇ ਇਹਨੇ ਭਾਲ ਕਰਕੇ ਇਕੱਠੀਆਂ ਕੀਤੀਆਂ ਸਨ ਬਹੁਤ ਕੀਮਤੀ ਵਸਤੂਆਂ, ਕਿ ਮੈਂ ਭੇਟਾ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਖੁਸ਼ ਕਰਾਂਗਾ। ਉਹ ਜਿਹੜੇ ਨਜ਼ਰਾਨੇ ਇਹਨੇ ਫਿਰ ਕੇ ਜਿਹੜੇ ਇਸ ਦੇਸ਼ ਵਿੱਚ, ਇਸ ਇਲਾਕੇ ਦੇ ਵਿੱਚ ਇਕੱਠੇ ਕੀਤੇ ਸਨ, ਉਹ ਸਾਰੇ ਨਾਲ ਲੈ ਲਏ। ਸੋਨ ਪ੍ਰਿਥਿਆ ਨਿਜ ਅੰਗ ਨਮਾਵਤ। ਤੇ ਹੁਣ ਪ੍ਰਿਥੀ ਚੰਦ ਨੂੰ ਵੀ ਸੁਨੇਹਾ ਭੇਜ ਦਿੱਤਾ ਕਿ ਪ੍ਰਿਥੀ ਚੰਦ ਦਿੱਲੀ ਵੱਲੋਂ ਬਾਦਸ਼ਾਹ ਦਾ ਹੁਕਮ ਆ ਗਿਆ ਜਾਣ ਵਾਸਤੇ,
ਇਹ ਸੁਣ ਕੇ ਹੁਣ ਪ੍ਰਿਥੀ ਚੰਦ ਵੀ ਅੰਗ ਵਿੱਚ ਸਮਾਉਂਦਾ ਨਹੀਂ, ਉਹ ਵੀ ਬੜਾ ਖੁਸ਼ ਹੋਇਆ ਹੈ। ਭਰਿਓ ਹਰਖ ਹੰਕਾਰ ਵਧਾਵਤ, ਤੇ ਹੁਣ ਮਨ ਹੀ ਮਨ ਅੰਦਰ ਖੁਸ਼ ਹੁੰਦਾ ਹੋਇਆ ਇਹਨੇ ਬੜਾ ਹੰਕਾਰ ਜਿਹੜਾ ਆਪਣਾ ਵਧਾਇਆ ਹੈ। ਸਰਬ ਪ੍ਰਕਾਰ ਕੀਨ ਨਿਜ ਤਿਆਰੇ, ਤੇ ਹੁਣ ਪ੍ਰਿਥੀ ਚੰਦ ਨੇ ਵੀ ਚੱਲਣ ਦੀਆਂ ਹਰ ਪ੍ਰਕਾਰ ਦੇ ਨਾਲ ਤਿਆਰੀਆਂ ਕੀਤੀਆਂ ਹਨ। ਸੇਵਕ ਸਿੱਖ ਬ੍ਰਿੰਦ ਸੰਗਾਰੇ, ਤੇ ਬਹੁਤ ਸਾਰੇ ਸੇਵਕ ਜਿਹੜੇ ਦਾਸ ਸਨ ਉਹ ਨਾਲ ਤਿਆਰ ਕੀਤੇ ਹਨ। ਬਹੁ ਮੋਲੇ ਬਸਤਰਨ ਬਨਵਾਇਸ, ਤੇ ਹੁਣ ਪ੍ਰਿਥੀ ਚੰਦ ਨੇ ਸੋਚਿਆ ਮਨ ਅੰਦਰ ਕਿ ਮਸਾ ਮੌਕਾ ਮਿਲਿਆ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਦਾ, ਤੇ ਬਾਦਸ਼ਾਹ ਕੋਲ ਜਾਣਾ ਹੈ, ਤੇ ਵਸਤਰ ਜਿਹੜੇ ਨੇ ਉਹ ਬਹੁਤ ਵਧੀਆ ਮੈਂ ਤਿਆਰ ਕਰਵਾਵਾਂ। ਬੜਾ ਧਨ ਖਰਚ ਗਏ, ਬੜੇ ਧਨ ਨੂੰ ਖਰਚ ਕਰਦਿਆਂ ਹੋਇਆਂ ਨੇ ਬੜੇ ਸੋਹਣੇ ਸੁੰਦਰ ਵਸਤਰ ਤਿਆਰ ਕਰਵਾਏ। ਮਿਲਨ ਸਾਹੋ ਹਿਤ ਬੇਸ ਸਜਾਇਸ, ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਜਿਹੜਾ ਆਪਣਾ ਵੇਸ ਸੀ ਇਹਨਾਂ ਸਜਾਇਆ, ਬੜਾ ਸੁੰਦਰ ਬਣਾਇਆ ਹੈ। ਝਾੜ ਸੁਲਹੇ ਸੋ ਪ੍ਰਿਥਿਆ ਮਿਲਿਓ, ਤੇ ਹੁਣ ਪ੍ਰਿਥੀ ਚੰਦ ਘੋੜੇ ਤੇ ਸਵਾਰ ਹੋਇਆ, ਤਿਆਰ ਹੋ ਕੇ ਜਾ ਕੇ ਅੱਗੇ ਸੁਲੇਖ ਖਾਨ ਨੂੰ ਮਿਲਿਆ ਹੈ। ਦਿੱਲੀ ਸਮੁਖ ਪੰਥ ਕੋ ਚੱਲਿਓ, ਤੇ ਹੁਣ ਜਿਹੜਾ ਦਿੱਲੀ ਦਾ ਰਸਤਾ ਸੀ, ਦਿੱਲੀ ਵਾਲੇ ਰਸਤੇ ਤੇ ਸਾਰੇ ਜਣੇ ਮਿਲ ਕੇ ਚੱਲ ਪਏ ਹਨ। ਸਭ ਪਰਿਵਾਰ ਹੈ ਹਰੇ ਰਹਿਓ, ਹੁਣ ਪ੍ਰਿਥੀ ਚੰਦ ਨੇ ਦਿੱਲੀ ਜਾਣ ਵਾਸਤੇ ਕੁਝ ਜਿਹੜੇ ਦੇ ਸਿੱਖ ਸਨ, ਦਾਸ ਸੇਵਕ ਸਨ, ਉਹਨਾਂ ਨੂੰ ਨਾਲ ਲੈ ਲਿਆ। ਬਾਕੀ ਸਾਰਾ ਜਿਹੜਾ ਪਰਿਵਾਰ ਸੀ ਉਹ ਪਿੱਛੇ ਹੇਹਰ ਨਗਰ ਦੇ ਵਿੱਚ ਛੱਡ ਦਿੱਤਾ। ਗੁਰਤਾ ਲਹਿ ਚਾਓ ਚਿਤ ਚਹਿਓ, ਤੇ ਹੁਣ ਬੜਾ ਹਿਰਦੇ ਅੰਦਰ ਚਾਉ ਬਣਿਆ, ਹਿਰਦੇ ਅੰਦਰ ਬੜਾ ਖੁਸ਼ ਤੇ ਪ੍ਰਸੰਨ ਹੈ ਪ੍ਰਿਥੀ ਚੰਦ। ਬਹੁ ਉਤਸਾਹ ਕਰਤ ਸੁਖ ਪਾਏ, ਤੇ ਹੁਣ ਗੁਰਤਾ ਪ੍ਰਾਪਤ ਕਰਨ ਲਈ ਮਨ ਅੰਦਰ ਚਾਅ ਵਧਿਆ ਹੋਇਆ ਹੈ, ਤੇ ਬੜਾ ਉਤਸ਼ਾਹ ਕਰਕੇ ਹਿਰਦੇ ਅੰਦਰ ਬੜਾ ਸੁਖ ਪਾ ਰਿਹਾ ਹੈ। ਜਨ ਗੁਰਤਾ ਲੀਨ ਸਬੜਿਆਏ, ਪ੍ਰਿਥੀ ਚੰਦ ਇਉਂ ਖੁਸ਼ ਹੋਇਆ ਮਾਨੋ ਕਿ ਜਿਵੇਂ ਪ੍ਰਿਥੀ ਚੰਦ ਨੂੰ ਗੁਰਿਆਈ ਮਿਲ ਗਈ ਹੋਵੇ। ਗੁਰਤਾ ਗੱਦੀ ਦੀ ਵਡਿਆਈ ਪ੍ਰਿਥੀ ਚੰਦ ਨੇ ਪ੍ਰਾਪਤ ਕਰ ਲਈ ਹੋਵੇ, ਇਸ ਤਰ੍ਹਾਂ ਮਨ ਹੀ ਮਨ ਅੰਦਰ ਬੜਾ ਖੁਸ਼ ਹੈ। ਸੁਲਹੇ ਪ੍ਰਿਥਿਆ ਮਾਰਗ ਪਰੇ, ਤੇ ਹੁਣ ਸੁਲੇਖ ਖਾਂ ਤੇ ਪ੍ਰਿਥੀ ਚੰਦ ਇਹ ਦਿੱਲੀ ਦੇ ਰਸਤੇ ਤੇ ਤੁਰੇ ਜਾ ਰਹੇ ਹਨ। ਲੋਕ ਹਜ਼ਾਰੋਂ ਸੰਗੇ ਕਰੇ, ਤੇ ਹੁਣ ਸੁਲੇਖ ਖਾਂ ਦੇ ਨਾਲ ਉਹਦੀਆਂ ਫੌਜਾਂ ਵੀ ਸਨ, ਤੇ ਇਧਰੋਂ ਪ੍ਰਿਥੀ ਚੰਦ ਨੇ ਵੀ ਕੁਝ ਸੇਵਕ ਦਾਸ ਨਾਲ ਲੈ ਲਏ। ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦਾ ਕਾਫਲਾ ਤੁਰਿਆ ਜਾ ਰਿਹਾ ਹੈ। ਮਜਲ ਕਰਤ ਮਾਰਗ ਉਲੰਘਾਏ, ਤੇ ਹੁਣ ਜਿਹੜਾ ਪਿੰਡ ਹੈ ਉਹ ਸਾਰਾ ਲੰਘਦਿਆਂ ਮਾਰਗ ਜਿਹੜਾ ਪਿੰਡ ਨੂੰ ਤੈਅ ਕਰਕੇ ਨਜ਼ਦੀਕ ਜਾ ਪਹੁੰਚੇ। ਦਿੱਲੀ ਨਗਰ ਜਾਏ ਨਿਕਟਾਏ, ਤੇ ਦਿੱਲੀ ਨਗਰ ਦੇ ਨੇੜੇ ਜਾ ਪਹੁੰਚੇ ਹਨ। ਡੇਰਾ ਕਰਿਓ ਆਪਨੇ ਥਾਨਾ, ਤੇ ਸੁਲੇਖ ਖਾਂ ਦਾ ਜਿੱਥੇ ਡੇਰਾ ਸੀ, ਜਿੱਥੇ ਰਹਿੰਦਾ ਸੀ ਦਿੱਲੀ ਦੇ ਵਿੱਚ, ਉੱਥੇ ਪਹੁੰਚ ਕੇ ਸੁਲੇਖ ਖਾਂ ਨੇ ਆਪਣੇ ਥਾਂ ਤੇ ਪਹੁੰਚ ਕੇ ਡੇਰਾ ਕੀਤਾ। ਪ੍ਰਿਥਿਆ ਉਤਰਿਓ ਟਿਕ ਹਿਤ ਠਾਨਾ, ਤੇ ਪ੍ਰਿਥੀ ਚੰਦ ਵੀ ਬੜੇ ਸਨੇਹ ਦੇ ਨਾਲ ਇਹ ਵੀ ਉੱਥੇ ਜਿੱਥੇ ਸੁਲੇਖ ਖਾਂ ਦਾ ਡੇਰਾ ਸੀ ਉੱਥੇ ਇਹਨੇ ਆਪਣਾ ਡੇਰਾ ਕੀਤਾ ਹੈ। ਦਿਵਸ ਆਗਲੇ ਹਜਰਤ ਪਾਸ, ਤੇ ਜਦੋਂ ਅਗਲਾ ਦਿਨ ਹੋਇਆ, ਸਵੇਰ ਹੋਈ, ਅਗਲਾ ਦਿਨ ਚੜਿਆ, ਤੇ ਸੁਲੇਖ ਖਾਂ ਹੁਣ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਤਿਆਰ ਹੋਇਆ। ਮਿਲਿਓ ਜਾਏ ਲੈ ਕਰ ਧਨ ਰਾਸ, ਤੇ ਜਿੰਨਾ ਹੁਣ ਧਨ ਉਗਰਾਈ ਕੀਤੀ ਸੀ, ਜਿੰਨਾ ਧਨ ਇਕੱਠਾ ਕੀਤਾ ਸੀ, ਉਹ ਸਾਰਾ ਨਾਲ ਲੈ ਕੇ ਬਾਦਸ਼ਾਹ ਨੂੰ ਜਾ ਕੇ ਮਿਲਿਆ। ਦੀਨਸ ਨਜ਼ਰ ਤੁਰੰਗ ਮਤੰਗੇ, ਤੇ ਬਾਦਸ਼ਾਹ ਜਹਾਂਗੀਰ ਨੂੰ ਖੁਸ਼ ਕਰਨ ਦੇ ਲਈ ਇਹਨੇ ਸੁਲੇਖ ਖਾਂ ਨੇ ਬੜੇ ਬਲਵਾਨ, ਬੜੇ ਚੰਚਲ ਜਿਹੜੇ ਘੋੜੇ ਸਨ, ਮਸਤ ਹਾਥੀ ਸਨ,
ਉਹ ਨਜ਼ਰਾਨੇ ਵਜੋਂ ਭੇਟ ਕੀਤੇ ਹਨ। ਸੁੰਦਰ ਅਪਰ ਵਸਤ ਦਈ ਸੰਗੇ ਤੇ ਬੜੀਆਂ ਬੜੀਆਂ ਸੋਹਣੀਆਂ ਸੁੰਦਰ ਹੋਰ ਦੁਰਲੱਭ ਵਸਤੂਆਂ ਜਿਹੜੀਆਂ ਇਹਨੇ ਇਸ ਇਲਾਕੇ ਵਿੱਚ ਫਿਰ ਕੇ ਇਕੱਠੀਆਂ ਕੀਤੀਆਂ ਸਨ, ਉਹ ਬੜੀਆਂ ਸੋਹਣੀਆਂ ਸੁੰਦਰ ਵਸਤੂਆਂ ਵੀ ਬਾਦਸ਼ਾਹ ਦੇ ਅੱਗੇ ਨਜ਼ਰਾਨੇ ਦੇ ਵਜੋਂ ਰੱਖੀਆਂ। ਕੀਨੋ ਸਾਹੋ ਪ੍ਰਸੰਨ ਬਸਾਲਾ ਤੇ ਹੁਣ ਇਸ ਤਰ੍ਹਾਂ ਭੇਟਾਵਾਂ ਅਰਪਣ ਕਰਕੇ ਬਹੁ ਕੀਮਤੀ ਜਿਹੜੇ ਪਦਾਰਥ ਸਨ ਜਦੋਂ ਭੇਟ ਕੀਤੇ ਤੇ ਬਾਦਸ਼ਾਹ ਨੂੰ ਬੜਾ ਖੁਸ਼ ਕੀਤਾ ਹੈ। ਭੇਟ ਦਿਖਾਵਤ ਭਾਜ ਸਕਾਲਾ ਜਦੋਂ ਬਾਦਸ਼ਾਹ ਨੇ ਬੜੇ ਬਲਵਾਨ ਘੋੜੇ, ਹਾਥੀ, ਹੋਰ ਬੜੇ ਬਹੁ ਮੋਲੇ ਜਿਹੜੇ ਨਜ਼ਰਾਨੇ ਭੇਟ ਕੀਤੇ ਵੇਖ ਕੇ ਸਾਰਾ ਕੁਝ ਬਾਦਸ਼ਾਹ ਬੜਾ ਖੁਸ਼ ਹੋਇਆ। ਦਿਵਸ ਦੂਸਰੇ ਮਿਲਿਓ ਜੋ ਫੇਰੇ ਤੇ ਜਦੋਂ ਹੁਣ ਜਦ ਪਹਿਲੇ ਦਿਨ ਦੀ ਜਿਹੜੀ ਮੁਲਾਕਾਤ ਹੋਈ, ਪਹਿਲੇ ਦਿਨ ਜਦੋਂ ਸੁਨੇਹੀ ਖਾਂ ਮਿਲਿਆ, ਉਸ ਵਕਤ ਉਹਨੇ ਪ੍ਰਿਥੀ ਚੰਦ ਦੀ ਕੋਈ ਗੱਲ ਨਹੀਂ ਕੀਤੀ। ਭੇਟਾਵਾਂ ਆਦਿਕ ਦੇ ਕੇ ਪਹਿਲਾਂ ਬਾਦਸ਼ਾਹ ਨੂੰ ਖੁਸ਼ ਕੀਤਾ। ਜਦੋਂ ਦੂਸਰਾ ਦਿਨ ਚੜ੍ਹਿਆ, ਦੂਸਰੇ ਦਿਨ ਜਾ ਕੇ ਫਿਰ ਸੁਲੇਖ ਖਾਂ ਬਾਦਸ਼ਾਹ ਨੂੰ ਮਿਲਿਆ। ਕਰੇ ਸਿਫਾਰਸ ਪ੍ਰਿਥੀਏ ਕੇਰੇ ਤੇ ਫਿਰ ਉਦੋਂ ਬਾਦਸ਼ਾਹ ਜਹਾਂਗੀਰ ਨੂੰ ਮਿਲ ਕੇ ਸੁਲੇਖ ਖਾਂ ਨੇ ਪ੍ਰਿਥੀ ਚੰਦ ਦੀ ਸਿਫਾਰਿਸ਼ ਕੀਤੀ। ਸਤਗੁਰ ਰਾਮਦਾਸ ਕੋ ਨੰਦਨ ਕਹਿਣ ਲੱਗੇ, ਹੈ ਬਾਦਸ਼ਾਹ, ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹੋਏ ਹਨ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਸੁਪੁੱਤਰ ਹਨ ਇਹ ਬਾਬਾ ਪ੍ਰਿਥੀ ਚੰਦ ਜੀ। ਵੱਡੋ ਜੋ ਲੋਕ ਕਰਹਿ ਬਹੁ ਬੰਦਨ ਹੁਣ ਸੁਲੇਖ ਖਾਂ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਪ੍ਰਿਥੀ ਚੰਦ ਦੀ ਵਡਿਆਈ ਕਰਨ ਲੱਗਾ। ਕਹਿਣ ਲੱਗਾ ਕਿ ਵੱਡੇ ਥਾਂ ਤੇ ਹਨ, ਬਹੁਤ ਲੋਕ ਆ ਕੇ ਇਹਨਾਂ ਦੇ ਕੋਲ ਸੀਸ ਝੁਕਾਉਂਦੇ ਨੇ, ਬਹੁਤ ਇਹਨਾਂ ਦੀ ਉਪਮਾ ਵਡਿਆਈ ਕਰਦੇ ਹਨ। ਸੋ ਮਿਲਬੇ ਕਹੋ ਚੱਲ ਕਰ ਆਇਓ ਤੇ ਹੀ ਬਾਦਸ਼ਾਹ ਜੀ, ਉਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸੁਪੁੱਤਰ ਬਾਬਾ ਪ੍ਰਿਥੀ ਚੰਦ, ਉਹ ਆਪ ਜੀ ਨੂੰ ਮਿਲਣ ਵਾਸਤੇ ਦਿੱਲੀ ਆਪ ਜੀ ਦੇ ਕੋਲ ਚੱਲ ਕੇ ਆਇਆ ਹੈ। ਜਹਾਂਗੀਰ ਨੇ ਸੁਨਤ ਬੁਲਾਇਓ ਤੇ ਹੁਣ ਜਹਾਂਗੀਰ ਨੇ ਜਦੋਂ ਸੁਨਿਆ ਤੇ ਗੁਰੂ ਨਾਨਕ ਦੇ ਘਰ ਦਾ ਅਦਬ ਸਤਕਾਰ ਜਾਣਦੇ ਆ, ਗੁਰੂ ਨਾਨਕ ਦੇ ਘਰ ਦੀ ਮਹਿਮਾ ਜਾਣਦੇ ਆ, ਉਹਨੇ ਜਿਹੜਾ ਹੈ ਹੁਕਮ ਦਿੱਤਾ ਕਿ ਬਾਬਾ ਪ੍ਰਿਥੀ ਚੰਦ ਜੀ ਨੂੰ ਬੁਲਾ ਲਿਆ ਜਾਵੇ। ਸ੍ਰੀ ਨਾਨਕ ਕੋ ਘਰ ਬੜ ਉੱਚਾ ਹੁਣ ਜਹਾਂਗੀਰ ਬਾਦਸ਼ਾਹ ਬੜਾ ਖੁਸ਼ ਹੋਇਆ। ਅਜੇ ਤੱਕ ਉਹਨੂੰ ਪਤਾ ਨਹੀਂ ਸੀ ਕਿ ਪ੍ਰਿਥੀ ਚੰਦ ਕੀ ਫਰਿਆਦ ਲੈ ਕੇ ਆਇਆ ਹੈ। ਕਹਿਣ ਲੱਗਾ ਕਿ ਗੁਰੂ ਨਾਨਕ ਦੇਵ ਦਾ ਘਰ ਬਹੁਤ ਉੱਚਾ ਹੈ, ਸਾਰਿਆਂ ਤੋਂ ਵੱਡਾ ਹੈ ਗੁਰੂ ਨਾਨਕ ਦਾ ਘਰ, ਤੇ ਇਹਨੇ ਆਪਣੇ ਵੱਡੇ ਭਾਗ ਜਾਣੇ ਹਨ। ਜਿਸ ਕੇ ਸਮਸਰ ਕੋ ਨ ਪਹੁੰਚਾ ਕਹਿਣ ਲੱਗਾ ਗੁਰੂ ਨਾਨਕ ਦੇ ਘਰ ਦੇ ਬਰਾਬਰ ਅੱਜ ਤੱਕ ਕੋਈ ਪਹੁੰਚ ਨਹੀਂ ਸਕਿਆ। ਗੁਰੂ ਨਾਨਕ ਦੇ ਘਰ ਦੀ ਬਰਾਬਰੀ ਅੱਜ ਤੱਕ ਕੋਈ ਸੰਸਾਰ ਵਿੱਚ ਨਹੀਂ ਕਰ ਸਕਿਆ। ਸਾਰਿਆਂ ਤੋਂ ਉੱਚਾ ਘਰ ਗੁਰੂ ਨਾਨਕ ਦਾ ਹੈ। ਭੈ ਅਧੀਨ ਜੋ ਵੱਡੇ ਹਮਾਰੇ ਜਿਹੜੇ ਸਾਡੇ ਵੱਡੇ ਹੋਏ ਨੇ, ਵੱਡੇ ਬਜ਼ੁਰਗ ਹੋਏ ਨੇ, ਉਹ ਸਾਰੇ ਗੁਰੂ ਅਨੁਸਾਰੀ ਹੋ ਕੇ ਰਹੇ ਨੇ। ਉਹ ਵੀ ਗੁਰੂ ਪਾਤਸ਼ਾਹ ਜੀ ਦੀ ਅਸੀਸ ਲੈ ਕਰਕੇ ਉਹਨਾਂ ਨੇ ਰਾਜ ਭਾਗ ਨੂੰ ਮਾਣਿਆ ਹੈ। ਕਰ ਨਿਜ ਮਿਹਰ ਕਾਜ ਗਨ ਸਾਰੇ ਤੇ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਕਰ ਨਿਜ ਮਿਹਰ ਕਾਜ ਗਨ ਸਾਰੇ, ਉਹਨਾਂ ਨੇ ਮਿਹਰ ਕਰਕੇ ਜਿਹੜੇ ਕਾਰਜ ਹਨ ਉਹ ਸਵਾਰੇ ਹਨ। ਗਇਓ ਪਦਰ ਮਮ ਗੋਇੰਦਵਾਲ ਕਹਿਣ ਲੱਗੇ ਗਇਓ ਪਦਰ, ਪਦਰ ਫਾਰਸੀ ਦਾ ਸ਼ਬਦ ਹੈ, ਇਹਦਾ ਭਾਵ ਹੈ ਪਿਤਾ। ਜਹਾਂਗੀਰ ਕਹਿਣ ਲੱਗਾ ਕਿ ਮੇਰੇ ਪਿਤਾ ਜੋ ਅਕਬਰ ਬਾਦਸ਼ਾਹ ਹੋਏ ਹਨ, ਗੋਇੰਦਵਾਲ ਸਾਹਿਬ, ਉਹ ਵੀ ਚੱਲ ਕੇ ਗਏ। ਸ੍ਰੀ ਗੁਰ ਅਮਰ ਹੁਤੇ ਤਿਸ ਕਾਲ ਉਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ
ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਿਰਾਜਮਾਨ ਸਨ, ਸੇਵਾਵਾਂ ਨਿਭਾ ਰਹੇ ਸਨ, ਜਿਨ੍ਹਾਂ ਦਾ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਸੀ। ਮਿਲ ਕੈ ਤੈਨੂੰ ਹੋ ਬੰਦਗੇ ਕੀਨ। ਤੇ ਮੇਰੇ ਪਿਤਾ ਭਾਵ ਅਕਬਰ ਬਾਦਸ਼ਾਹ ਨੇ ਗੋਇੰਦਵਾਲ ਸਾਹਿਬ ਪਹੁੰਚ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਕੇਤਕ ਭੂਮ ਉਪਾਇਨ ਦੀਨ। ਬੇਨਤੀ ਕੀਤੀ ਕਿ ਕਿਰਪਾ ਕਰਨੀ, ਜਿਸ ਤਰ੍ਹਾਂ ਤੁਸੀਂ ਸਾਡੇ ਵੱਡਿਆਂ ਤੇ ਗੁਰੂ ਨਾਨਕ ਦੇ ਘਰ ਵਿੱਚੋਂ ਬਖਸ਼ਿਸ਼ਾਂ ਕੀਤੀਆਂ, ਰਾਜ ਭਾਗ ਬਖਸ਼ੇ, ਇਹ ਰਾਜ ਭਾਗ ਇਸੇ ਤਰ੍ਹਾਂ ਬਣਾਈ ਰੱਖਣਾ। ਤੇ ਬੇਨਤੀ ਕਰਕੇ ਬਹੁਤ ਸਾਰੀ ਜਿਹੜੀ ਭੂਮੀ ਸੀ, ਜਿਹੜਾ ਇਲਾਕਾ ਸੀ, ਉਸ ਏਰੀਆ ਜੋ ਉਸ ਪਿੰਡ ਦੇ ਕੁਝ ਨਗਰ ਸਨ, ਉਹ ਅਤੇ ਬਹੁਤ ਸਾਰਾ ਧਨ ਜਿਹੜਾ ਸੀ ਉਹ ਭੇਟਾ ਕੀਤਾ। ਅਲਪ ਆਰ ਬਲ ਹੋਤੇ ਹਮਾਰੇ। ਤੇ ਉਸ ਵਕਤ ਮੇਰੀ ਉਮਰ ਬਹੁਤ ਛੋਟੀ ਸੀ, ਛੋਟੀ ਉਮਰ ਦਾ ਸੀ ਉਸ ਵਕਤ ਮੈਂ। ਮੁਲਾਕਾਤ ਸੋ ਯਾਦ ਨਿਹਾਰੇ। ਪਰ ਜਿਹੜੇ ਉਸ ਵਕਤ ਮੁਲਾਕਾਤ ਹੋਈ ਮੇਰੇ ਪਿਤਾ ਅਕਬਰ ਬਾਦਸ਼ਾਹ ਦੀ ਤੇ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੀ ਜਿਹੜੀ ਮੁਲਾਕਾਤ ਹੋਈ, ਮੇਰੀ ਉਮਰ ਭਾਵੇਂ ਛੋਟੀ ਸੀ, ਪਰ ਉਹ ਮੁਲਾਕਾਤ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ। ਉਹ ਮੁਲਾਕਾਤ ਮੇਰੀ ਜ਼ਿੰਦਗੀ ਦੀ ਯਾਦ ਬਣ ਗਈ, ਉਹ ਮੈਨੂੰ ਅੱਜ ਤੱਕ ਯਾਦ ਹੈ। ਇਤ ਆਦਕ ਜਸ ਸਤਗੁਰ ਕੇਰਾ। ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਦੇ ਦਰ ਘਰ ਦਾ ਬੜਾ ਸੁਜਸ ਕੀਤਾ ਅਕਬਰ ਜਹਾਂਗੀਰ ਬਾਦਸ਼ਾਹ ਨੇ। ਜਹਾਂਗੀਰ ਨੇ ਕਹਿਸ ਬਡੇਰਾ। ਤੇ ਸਾਰਿਆਂ ਦੇ ਵਿੱਚ ਜਿੰਨੇ ਵੀ ਸਭਾ ਦੇ ਵਿੱਚ ਬੈਠੇ ਸਨ, ਸਾਰਿਆਂ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਉਪਮਾ ਕੀਤੀ ਹੈ। ਇਤਨੇ ਮਹਿ ਪ੍ਰਿਥਿਆ ਚੱਲ ਆ ਗਇਓ। ਤੇ ਹੁਣ ਇੰਨੇ ਚਿਰ ਨੂੰ ਪ੍ਰਿਥੀ ਚੰਦ ਵੀ ਚੱਲ ਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚ ਗਿਆ। ਮਿਲਿਓ ਸਾਹ ਸੋ ਆਸਿਖ ਦਿਓ। ਤੇ ਹੁਣ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਮਿਲਿਆ ਤੇ ਗੁਰੂ ਨਾਨਕ ਦੇ ਘਰ ਨੂੰ ਉੱਚਾ ਜਾਣਦੇ ਆ, ਗੁਰੂ ਨਾਨਕ ਦੇ ਘਰ ਦੀ ਵਡਿਆਈ ਨੂੰ ਜਾਣਦੇ ਆ। ਪ੍ਰਿਥੀ ਚੰਦ ਦਾ ਅਕਬਰ ਬਾਦਸ਼ਾਹ ਨੇ ਸਤਿਕਾਰ ਕੀਤਾ ਤੇ ਪ੍ਰਿਥੀ ਚੰਦ ਨੇ ਅੱਗੋਂ ਬਾਦਸ਼ਾਹ ਨੂੰ ਅਸੀਸ ਦਿੱਤੀ। ਸੁਲਹੇ ਨੇ ਪੁਨ ਕੀਨ ਬੜਾਏ। ਤੇ ਹੁਣ ਸੁਲੇ ਖਾਂ ਨੇ ਅੱਗੋਂ ਵਡਿਆਈ ਕੀਤੀ। ਜਦੋਂ ਪ੍ਰਿਥੀ ਚੰਦ ਆ ਕੇ ਮਿਲਿਆ, ਮੁਲਾਕਾਤ ਹੋਈ, ਅਸੀਸ ਦਿੱਤੀ ਬਾਦਸ਼ਾਹ ਨੂੰ, ਤੇ ਉਸ ਵਕਤ ਲਾਗੇ ਖੜਾ ਸੀ ਸੁਲੇ ਖਾਂ, ਉਹਨੇ ਪ੍ਰਿਥੀ ਚੰਦ ਦੀ ਵਡਿਆਈ ਕੀਤੀ। ਬਾਤ ਸਾਹਾ ਤੇ ਭੇਟ ਦਿਵਾਏ। ਤੇ ਬਾਦਸ਼ਾਹ ਨੂੰ ਕਹਿ ਕੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਨੇ, ਤੇ ਵਡਿਆਈ ਕਰਕੇ ਬਾਦਸ਼ਾਹ ਦੇ ਕੋਲੋਂ ਜਿਹੜੀ ਭੇਟਾ ਸੀ ਉਹ ਦਵਾਈ ਸਤਕਾਰ ਕਰਵਾਇਆ ਬਾਦਸ਼ਾਹ ਦੇ ਕੋਲੋਂ। ਬੈਠਿਓ ਨਿਕਟ ਹੋ ਛੋਤਾ ਹੇਰੇ। ਤੇ ਹੁਣ ਪ੍ਰਿਥੀ ਚੰਦ ਜਦੋਂ ਬਾਦਸ਼ਾਹ ਦੇ ਨਜ਼ਦੀਕ ਬੈਠਿਆ, ਕੋਲ ਬੈਠਿਆ, ਤੇ ਬਾਦਸ਼ਾਹ ਲੋਕ ਜਿਹੜਾ ਰਾਜ ਭਾਗ ਕਰ ਰਿਹਾ ਹੈ, ਹਰ ਬੰਦੇ ਨਾਲ ਵਾਹ ਵਾਸਤਾ ਪੈਂਦਾ, ਬੰਦੇ ਦੀ ਪਰਖ ਤਾਂ ਹੋਈ ਜਾਂਦੀ ਹੈ। ਹੁਣ ਕਈ ਵਾਰੀ ਸਿਆਣੇ ਬਜ਼ੁਰਗ ਜਿਹੜੇ ਨੇ ਉਹ ਬੰਦੇ ਦੇ ਚਾਲ ਚੱਲਣ ਤੋਂ, ਬੈਠਣ ਤੋਂ, ਗੱਲ ਕਰਨ ਤੋਂ ਅੰਦਾਜ਼ਾ ਲਾ ਲੈਂਦੇ ਨੇ ਕਿ ਬੰਦਾ ਕਿੰਨਾ ਕੁ ਸਿਆਣਾ ਹੈ, ਕਿੰਨੇ ਕੁ ਸਿਆਣਪ ਹੈ ਇਹਦੇ ਵਿੱਚ। ਤੇ ਜਦੋਂ ਬਾਦਸ਼ਾਹ ਦੇ ਕੋਲ ਬੈਠਿਆ ਪ੍ਰਿਥੀ ਚੰਦ, ਤੇ ਬਾਦਸ਼ਾਹ ਨੇ ਉਸੇ ਵੇਲੇ ਇਹਦਾ ਜਿਹੜਾ ਹੋਸ਼ਾਪਨ ਸੀ ਉਹਨੂੰ ਹਿਰਦੇ ਵਿੱਚ ਜਾਣ ਲਿਆ। ਕਹਾਂ ਗੁਰਬਤਾ ਗੁਰਤਾ ਕੇਰੇ। ਉਹਨੇ ਵੇਖ ਲਿਆ ਕਿ ਪ੍ਰਿਥੀ ਚੰਦ ਦੇ ਵਿੱਚ ਜਿਹੜੀ ਗੁਰਤਾ ਗੱਦੀ ਵਾਲੀ ਗੌਰਵਤਾ ਹੈ ਉਹ ਨਹੀਂ ਹੈ, ਉਹ ਇਹਦੇ ਅੰਦਰ ਨਹੀਂ। ਜਿਹੜੀ ਗੁਰੂ ਜੋਤ ਦੀ ਗੱਲ ਹੈ ਉਹ ਇਹਦੇ ਵਿੱਚ ਨਹੀਂ ਹੈ। ਹਜ਼ਰਤ ਜਬ ਮੋਲਾ ਹਜੇ ਭਇਓ। ਤੇ ਹੁਣ ਜਦੋਂ ਬਾਦਸ਼ਾਹ ਨਾਲ ਮਿਲਣੀ ਹੋਈ, ਮਿਲਾਪ ਹੋਇਆ, ਮੁਲਾਕਾਤ ਹੁੰਦਿਆਂ ਹੀ ਜਦੋਂ ਪ੍ਰਿਥੀ ਚੰਦ ਨੇ ਆਪਨ ਹਵਾਲ ਤਬਹ ਕਹਿ ਦਿਓ। ਹੁਣ ਇਹਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਅਜੇ ਪਹਿਲੀ ਵਾਰੀ ਬਾਦਸ਼ਾਹ ਨੂੰ ਮਿਲਿਆ, ਕੁਝ ਹੋਰ ਵਿਚਾਰ ਕਰ ਲਵਾਂ, ਕੋਈ ਗੱਲਬਾਤ ਕਰਾਂ। ਹੋਰ ਗੱਲਬਾਤ ਕਰਨ ਤੋਂ ਇਹਨੇ ਕੋਈ ਵਿਚਾਰਿਆ ਨਹੀਂ, ਤੇ ਬੈਠਦਿਆਂ ਸਾਰ ਹੋਸ਼ਾਪਨ ਵਿਖਾਉਂਦਿਆਂ ਹੋਇਆਂ ਇਹਨੇ ਜਿਹੜੀ ਗੱਲ ਸੀ ਆਪਣੀ ਉਹ ਦੱਸਣਾ ਕੀਤੀ, ਸ਼ੁਰੂ ਕੀਤੀ, ਬਾਦਸ਼ਾਹ ਨੂੰ ਦੱਸਣ ਲੱਗਾ। ਮੈਂ ਬੜ ਨੰਦਨ ਹਾਂ ਫਰਿਆਦੇ। ਕਹਿਣ ਲੱਗਾ ਮੈਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਸੁਪੁੱਤਰ ਹਾਂ,
ਵੱਡੇ ਥਾਂ ਤੇ ਹਾਂ ਤੇ ਤੁਹਾਡੇ ਕੋਲ ਫਰਿਆਦੀ ਬਣ ਕੇ ਆਇਆ ਹਾਂ। ਉਚਤ ਮੋਹਿ ਕੋ ਬੈਠ ਬਗਾਦੇ। ਤੇ ਇਹ ਬਾਦਸ਼ਾਹ, ਗੁਰਤਾ ਗੱਦੀ ਤੇ ਬੈਠਣਾ ਮੇਰਾ ਉਚਿਤ ਸੀ, ਮੈਨੂੰ ਬੈਠਣਾ ਚਾਹੀਦਾ ਸੀ, ਹੱਕ ਮੇਰਾ ਸੀ, ਮੈਂ ਵੱਡੇ ਥਾਂ ਤੇ ਸੀ। ਸਰਬ ਸਮਾਜ ਅਲਪਨੇ ਲੀਨਸ। ਪਰ ਸਾਰਾ ਕੁਝ ਉਲਟ ਹੋ ਗਿਆ। ਜਿੰਨਾ ਸਾਜੋ ਸਮਾਨ ਸੀ, ਧਨ ਸੀ, ਗੁਰਤਾ ਗੱਦੀ ਦੇ ਸਮੇਤ, ਉਹ ਸਾਰਾ ਕੁਝ ਛੋਟੇ ਭਰਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੈ ਲਿਆ ਹੈ। ਪੁਰਤੇ ਮੁਝ ਨਿਕਾਰ ਕਰ ਦੀਨਸ। ਹੁਣ ਕੂੜ ਫਿਰ ਉੱਥੇ ਉਹੀ ਝੂਠ ਸ਼ੁਰੂ ਕਰ ਦਿੱਤਾ। ਛੱਡ ਕੇ ਨਗਰ ਨੂੰ ਭਾਵੇਂ ਆਪ ਆਇਆ, ਪਰ ਕਹਿੰਦਾ ਕਿ ਮੈਨੂੰ ਉਹਨਾਂ ਨੇ ਨਗਰ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਹੈ। ਗੁਰੂ ਬਨਿਓ ਨਿਜ ਚਰਨ ਪੂਜਾਇਸ। ਆਪ ਉਹ ਰਾਮਦਾਸਪੁਰ ਨਗਰ ਦੇ ਵਿੱਚ ਗੁਰੂ ਬਣ ਕੇ ਬੈਠਾ ਹੈ ਤੇ ਆਪਣੀ ਪੂਜਾ ਕਰਵਾ ਰਿਹਾ। ਲੋਕ ਉਹਦੇ ਚਰਨ ਪੂਜਦੇ ਹਨ। ਆਨ ਗਾਨ ਧਨ ਸਿੱਖਨ ਤੇ ਪਾਇਸ। ਬਹੁਤ ਧਨ ਅਣਗਿਣਤ ਭੇਟਾਵਾਂ ਸਿੱਖਾਂ ਦੇ ਕੋਲੋਂ ਉੱਥੇ ਬੈਠ ਕੇ ਪ੍ਰਾਪਤ ਕਰ ਰਿਹਾ ਹੈ। ਮੋਹਿ ਨ ਦੇਤ ਆਪ ਹੀ ਰਾਖੈ। ਹੁਣ ਜਿੰਨਾ ਵੀ ਬਾਦਸ਼ਾਹ ਧਨ ਹੁੰਦਾ ਉਹਨਾਂ ਦੇ ਕੋਲ, ਜਿੰਨੀਆਂ ਵੀ ਭੇਟਾਵਾਂ ਆਉਂਦੀਆਂ ਨੇ, ਪਦਾਰਥ ਆਉਂਦੇ ਨੇ, ਉਹਨਾਂ ਦੇ ਵਿੱਚੋਂ ਮੈਨੂੰ ਕੁਝ ਵੀ ਨਹੀਂ ਦਿੰਦਾ, ਸਾਰਾ ਕੁਝ ਆਪਣੇ ਕੋਲ ਰੱਖ ਰਿਹਾ ਹੈ। ਅਪਰ ਕਵਨ ਹੈ ਗਰਬਤ ਭਾਖੈ। ਕਹਿੰਦਾ ਹੋਰ ਕੌਣ ਹੈ ਮੇਰੇ ਬਰਾਬਰ? ਇਸ ਤਰ੍ਹਾਂ ਦੇ ਨਾਲ ਮਨ ਅੰਦਰ ਹੰਕਾਰ ਧਾਰਨ ਕੀਤਾ ਹੋਇਆ ਹੈ। ਮੈਂ ਧਰ ਤਰਾਸ ਆਪ ਕੋ ਭਾਰੇ। ਤੇ ਹੁਣ ਬਾਦਸ਼ਾਹ, ਮੈਂ ਤੁਹਾਡਾ ਡਰ ਹਿਰਦੇ ਵਿੱਚ ਮੰਨਦਿਆਂ ਹੋਇਆਂ, ਉਹ ਤਾਂ ਨਹੀਂ ਮੰਨਦਾ ਕਿਸੇ ਦਾ ਵੀ ਡਰ। ਉਹਨਾਂ ਦਾ ਹੰਕਾਰ ਮਨ ਅੰਦਰ ਧਾਰਨ ਕੀਤਾ, ਹੰਕਾਰੀ ਹੋ ਕੇ ਬੈਠੇ ਨੇ, ਪਰ ਮੈਂ ਤੁਹਾਡਾ ਡਰ ਜਿਹੜਾ ਉਹ ਹਿਰਦੇ ਦੇ ਅੰਦਰ ਮੰਨਦਿਆਂ ਹੋਇਆਂ। ਠਾਨੇ ਤਿਸ ਕੈ ਸਾਥ ਨਰਾਰੇ। ਤੇ ਕਿਸੇ ਪ੍ਰਕਾਰ ਦੇ ਨਾਲ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਮੈਂ ਝਗੜਾ ਨਹੀਂ ਕੀਤਾ, ਲੜਾਈ ਨਹੀਂ ਕੀਤੀ, ਹਾਲਾਂਕਿ ਕਸਰ ਕੋਈ ਨਹੀਂ ਛੱਡੀ ਨੇ। ਪਰ ਹੁਣ ਉੱਥੇ ਆਪਣੇ ਆਪ ਨੂੰ ਬੜਾ ਸ੍ਰੇਸ਼ਟ ਕਹਿ ਰਿਹਾ ਕਿ ਮੈਂ ਬਹੁਤ ਵਧੀਆ ਬਾਦਸ਼ਾਹ, ਮੈਂ ਤਾਂ ਤੁਹਾਡਾ ਡਰ ਮੰਨਿਆ ਕਿ ਤੁਹਾਡਾ ਰਾਜ ਭਾਗ ਹੈ, ਤੁਹਾਡੇ ਰਾਜ ਭਾਗ ਵਿੱਚ ਮੈਂ ਰਹਿ ਰਿਹਾ, ਤੇ ਤੁਹਾਡਾ ਡਰ ਮੰਨਦਿਆਂ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ। ਸੋ ਨਿਰਭੈ ਨਹਿ ਜਾਣਹਿ ਕਾਹੂ। ਤੇ ਪਰ ਉਹ ਕਿਸੇ ਦਾ ਭੈ ਨਹੀਂ ਮੰਨਦਾ, ਉਹ ਨਿਰਭੈ ਹੋ ਕੇ ਰਹਿ ਰਿਹਾ, ਕਿਉਂਕਿ ਗੁਰੂ ਹੈ ਹੀ ਨਿਰਭੈ ਨਿਰਵੈਰ। ਨਾ ਕਿਉ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਗੁਰੂ ਨਾ ਕਿਸੇ ਨੂੰ ਭੈ ਦਿੰਦਾ, ਨਾ ਕਿਸੇ ਦਾ ਭੈ ਮੰਨਦਾ, ਨਾ ਕਿਸੇ ਨਾਲ ਵੈਰ ਹੈ। ਤੇ ਇਸ ਕਰਕੇ ਉਹ ਭੈ ਹੋ ਕੇ ਉੱਥੇ ਰਹਿ ਰਹੇ ਨੇ, ਉਹ ਕਿਸੇ ਦਾ ਕੋਈ ਡਰ ਨਹੀਂ ਮੰਨਦੇ। ਬੈਠਿਓ ਸਦਨ ਗਰਭ ਮਨ ਮਾਹੋ। ਤੇ ਆਪਣੇ ਘਰ ਦੇ ਵਿੱਚ ਹੰਕਾਰ ਨੂੰ ਧਾਰਨ ਕਰਕੇ ਬੈਠੇ ਹੋਏ ਹਨ। ਚਿਤ ਤੇ ਤੁਮਰੋ ਤਰਾਸ ਬਸਾਰਿਓ। ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ, ਮਨ ਦੇ ਵਿੱਚੋਂ ਬਾਦਸ਼ਾਹ ਤੇਰਾ ਡਰ ਵੀ ਕੱਢ ਦਿੱਤਾ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਤੇਰਾ ਕੋਈ ਡਰ ਨਹੀਂ, ਨਾ ਉਹ ਤੇਰਾ ਡਰ ਮੰਨਦਾ ਹੈ। ਕਹਿਓ ਨ ਮਾਨ ਹੈ ਮੈਂ ਕਹਿ ਹਾਰਿਓ। ਉਹ ਕਿਸੇ ਦਾ ਕਿਹਾ ਵੀ ਨਹੀਂ ਮੰਨਦਾ। ਮੈਂ ਬੜਾ ਉਹਨੂੰ ਸਮਝਾਉਣ ਦਾ ਯਤਨ ਕੀਤਾ, ਕਹਿ ਕਹਿ ਕੇ ਮੈਂ ਥੱਕ ਗਿਆ, ਪਰ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਮੈਂ ਰਾਵਰ ਕੇ ਦਿਸ ਚੱਲ ਆਇਓ। ਤੇ ਜਦੋਂ ਉਹ ਨਹੀਂ ਮੰਨਿਆ, ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ, ਹਾਰ ਕੇ ਬਾਦਸ਼ਾਹ ਮੈਂ ਤੁਹਾਡੇ ਕੋਲ ਚੱਲ ਕੇ ਆ ਗਿਆ ਹਾਂ। ਤੋ ਨ ਸੰਕਟ ਕੁਛ ਡਰ ਪਾਇਓ। ਤੇ ਜਦੋਂ ਇੱਧਰ ਆਉਣ ਦੇ ਬਾਬਤ ਪਤਾ ਲੱਗਾ ਕਿ ਮੈਂ ਜਹਾਂਗੀਰ ਬਾਦਸ਼ਾਹ ਨੂੰ ਮਿਲਣ ਜਾ ਰਿਹਾ, ਮੇਰੇ ਇੱਧਰ ਆਉਣ ਦਾ ਵੀ ਉਹਨਾਂ ਨੇ ਕੋਈ ਡਰ ਨਹੀਂ ਮੰਨਿਆ। ਕੀਜ ਹੈ ਹਮਰੋ ਨਿਆਏ ਨਬੇਰਾ। ਤੇ ਕਹਿਣ ਲੱਗਾ ਬਾਦਸ਼ਾਹ, ਮੇਰੇ ਨਾਲ ਅਨਿਆਂ ਹੋਇਆ ਹੈ
ਤੇ ਇਸ ਕਰਕੇ ਮੈਂ ਤੁਹਾਡੇ ਕੋਲ ਨਿਆਂ ਲੈਣ ਵਾਸਤੇ ਆਇਆ, ਤੁਸੀਂ ਮੇਰਾ ਨਿਆਂ ਕਰੋ। ਤੁਮਕੋ ਕੀਨ ਖੁਦਾਏ ਬਡੇਰਾ। ਖੁਦਾ ਨੇ ਤੁਹਾਨੂੰ ਵੱਡਿਆਂ ਬਣਾਇਆ ਹੈ, ਵਡਿਆਈ ਬਖਸ਼ੀ ਹੈ, ਬਾਦਸ਼ਾਹਤ ਬਖਸ਼ੀ ਹੈ, ਵੱਡਿਆਂ ਬਣਾਇਆ ਹੈ। ਨਿਉ ਕਰਨ ਤੇ ਤਖਤ ਬਰਾਜਾ। ਤੁਸੀਂ ਨਿਆਂ ਕਰਨ ਦੇ ਵਾਸਤੇ ਤਖਤ ਤੇ ਬੈਠੇ ਹੋ, ਬਾਦਸ਼ਾਹ ਬਣੇ ਹੋ। ਇਹ ਧਰਮ ਤੁਮਕੋ ਉਪਰਾਜਾ। ਤੇ ਬਾਦਸ਼ਾਹ ਦਾ ਇਹ ਧਰਮ ਹੈ ਕਿ ਪ੍ਰਜਾ ਦਾ ਨਿਆਂ ਕਰਨਾ। ਜਦੋਂ ਬਾਦਸ਼ਾਹ ਬਣਦਾ ਹੈ, ਤਖਤ ਤੇ ਬੈਠਦਾ ਹੈ, ਤੇ ਉਹਦਾ ਫਰਜ਼ ਹੋਇਆ ਕਰਦਾ ਕਿ ਪ੍ਰਜਾ ਦਾ ਨਿਆਂ ਕਰੇ। ਇਹ ਬਾਦਸ਼ਾਹ ਦਾ ਧਰਮ ਹੈ। ਸੋਨ ਹਜਰਤ ਅਚਰਜ ਔਰ ਧਾਰਾ। ਇਹ ਪਿਰਥੀ ਚੰਦ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਜਹਾਂਗੀਰ ਬਹੁਤ ਹੈਰਾਨ ਹੋਇਆ, ਬੜੀ ਉਹਦੇ ਮਨ ਅੰਦਰ ਹੈਰਾਨਗੀ ਹੋਈ। ਇਹ ਅਯੋਗ ਕਿਆ ਇਨਹੁ ਉਚਾਰਾ। ਮਨ ਅੰਦਰ ਸੋਚਦਾ ਜਹਾਂਗੀਰ ਬਾਦਸ਼ਾਹ, ਵਿਚਾਰਦਾ ਕਿ ਪ੍ਰਿਥੀ ਚੰਦ ਨੇ ਕਿਹੜੀਆਂ ਅਯੋਗ ਗੱਲਾਂ ਕਹਿ ਦਿੱਤੀਆਂ, ਜਿਹੜੀਆਂ ਯੋਗ ਨਹੀਂ, ਜਿਹੜੀਆਂ ਕਹਿਣੀਆਂ ਬਣਦੀਆਂ ਨਹੀਂ। ਕਿਹੜੀਆਂ ਕਿਹੋ ਜੀਆਂ ਅਯੋਗ ਗੱਲਾਂ ਇਸਨੇ ਕੀਤੀਆਂ ਹਨ। ਸ਼ਾਂਤ ਮਤੇ ਸਤਗੁਰ ਕੀ ਗਾਦੇ। ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਜਿਹੜੀ ਹੈ ਉਹ ਤਾਂ ਸ਼ਾਂਤ ਮਤ ਵਾਲੀ ਹੈ। ਉੱਥੇ ਤੇ ਸਦਾ ਸ਼ਾਂਤੀ ਤੇ ਆਨੰਦ ਹੈ। ਸ਼ਾਂਤ ਮਤ ਵਾਲੀ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਹੈ। ਤੈਨ ਮੋਹਰਾਰ ਕੁਤੋ ਫਰਿਆਦੇ। ਤੇ ਜਿਹੜੇ ਗੁਰੂ ਨਾਨਕ ਦੇ ਘਰ ਵਾਲੇ ਨੇ, ਗੁਰੂ ਨਾਨਕ ਦਾ ਘਰ ਸਭ ਤੋਂ ਉੱਚਾ ਹੈ, ਤੇ ਉਸ ਘਰ ਦੇ ਇਹ ਜਿਹੜੇ ਲੋਕ ਨੇ ਕਦੋਂ ਦੇ ਫਰਿਆਦੀ ਹੋਣ ਲੱਗ ਪਏ। ਪ੍ਰਿਥੀ ਚੰਦ ਨੂੰ ਤਾਂ ਹੀ ਵਰਜਦੇ ਰਹੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ। ਭਾਈ ਗੁਰਦਾਸ ਜੀ ਨੂੰ ਵੀ ਭੇਜਣ ਦਾ ਕਾਰਨ ਇਹੀ ਸੀ ਕਿ ਗੁਰੂ ਨਾਨਕ ਦਾ ਘਰ ਉੱਚਾ ਹੈ, ਗੁਰੂ ਨਾਨਕ ਦੇ ਘਰ ਦੀ ਮਹਿਮਾ ਵਡਿਆਈ ਉੱਚੀ ਹੈ। ਪ੍ਰਿਥੀ ਚੰਦ ਤੇਰੇ ਉੱਥੇ ਜਾਣ ਨਾਲ ਗੁਰੂ ਘਰ ਦੀ ਵਡਿਆਈ ਘਟੇਗੀ, ਤੇਰਾ ਜਾਣਾ ਉੱਥੇ ਬਣਦਾ ਨਹੀਂ। ਪਰ ਇਹ ਨਹੀਂ ਸਮਝਿਆ। ਹੁਣ ਮਨ ਅੰਦਰ ਪ੍ਰਿਥੀ ਅਕਬਰ ਜਹਾਂਗੀਰ ਬਾਦਸ਼ਾਹ ਵਿਚਾਰਦਾ ਹੈ ਕਿ ਇਹ ਕਦੋਂ ਤੋਂ ਫਰਿਆਦੀ ਹੋਣ ਲੱਗ ਪਏ ਇਸ ਤਰ੍ਹਾਂ। ਜੇ ਕਰ ਕਲ ਹੈ ਆਪ ਮਹਿ ਡਾਰੇ। ਗੁਰੂ ਘਰ ਦੇ ਵਿੱਚੋਂ ਲੜਾਈ ਕਰਨੀ, ਫਰਿਆਦੀ ਹੋਣਾ, ਇਹ ਕਿਵੇਂ ਬਣਾਇਆ? ਜੇਕਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਹੋਵੇਗਾ, ਲੜਾਈ ਝਗੜਾ ਗੁਰੂ ਘਰ ਦੇ ਵਿੱਚ ਇਹ ਇਸ ਤਰ੍ਹਾਂ ਕਰਨਗੇ। ਕਹਾਂ ਅਪਰ ਨਰ ਹੈ ਵਿਚਾਰੇ। ਸਾਡੇ ਵਰਗੇ ਦੁਨਿਆਵੀ ਲੋਕਾਂ ਦਾ ਕੀ ਬਣੇਗਾ? ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਲੜਾਈ ਝਗੜਾ ਹੋਇਆ ਤਾਂ ਅਸੀਂ ਦੁਨੀਆ ਦੇ ਲੋਕ ਕਿੱਥੇ ਜਾਵਾਂਗੇ? ਇਹ ਜਿਹੜੀ ਗੱਲ ਹੈ ਇਹ ਸਾਡੇ ਮਨ ਅੰਦਰ ਸਾਨੂੰ ਵੀ ਸਿੱਖਿਆ ਦਿੰਦੀ ਹੈ। ਅੱਜ ਵੀ ਦੇਖਿਆ ਜਾਂਦਾ ਹੈ ਕਿ ਗੁਰੂ ਘਰ ਦੇ ਵਿੱਚ ਪ੍ਰਧਾਨਗੀਆਂ ਦੇ ਪਿੱਛੇ ਅਸੀਂ ਲੜੀ ਜਾ ਰਹੇ ਹਾਂ। ਪ੍ਰਧਾਨਗੀ ਕਾਹਦੀ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਨੇ, ਸਭ ਕੁਝ ਆਪ ਨੇ। ਅਸੀਂ ਤਾਂ ਇਸ ਜੀਵਨ ਵਿੱਚ ਸੇਵਕ ਹੀ ਬਣ ਜਾਈਏ, ਦਾਸ ਹੀ ਬਣ ਜਾਈਏ ਤਾਂ ਸਾਡਾ ਜਿਹੜਾ ਬਹੁਤ ਹੀ ਵਡਿਆਈ ਹੋਵੇਗੀ ਸਾਡੇ ਜੀਵਨ ਦੀ। ਸਾਡਾ ਇਹ ਜੀਵਨ ਸਫਲ ਹੋ ਜਾਵੇਗਾ ਕਿ ਅਸੀਂ ਗੁਰੂ ਘਰ ਦੇ ਸੇਵਕ ਹੀ ਬਣ ਜਾਈਏ। ਪ੍ਰਧਾਨਗੀ ਨੂੰ ਲੈ ਕੇ ਲੜੀ ਜਾਂਦੇ ਆ, ਗੁਰੂ ਘਰ ਦੇ ਵਿੱਚ ਲੜਾਈ ਝਗੜੇ ਸੇਵਾ ਕਰਨ ਤੋਂ ਲੜੀ ਜਾਂਦੇ ਆ। ਇਹ ਸਾਨੂੰ ਵੀ ਸਿੱਖਿਆ ਲੈਣੀ ਬਣਦੀ ਹੈ ਇੱਥੇ ਕਿ ਗੁਰੂ ਘਰ ਦੇ ਵਿੱਚ ਜਿਹੜਾ ਗੁਰੂ ਨਾਨਕ ਦਾ ਘਰ ਹੈ ਇਹ ਤਾਂ ਸਦਾ ਸ਼ਾਂਤੀ ਬਖਸ਼ਦਾ ਹੈ। ਜੇ ਇੱਥੇ ਆ ਕੇ ਸ਼ਾਂਤੀ ਨਾ ਮਿਲੀ ਤੇ ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਜਾ ਕੇ ਸਾਨੂੰ ਸ਼ਾਂਤੀ ਮਿਲੇਗੀ। ਸਤਿ ਸ੍ਰੀ ਅਕਾਲ। ਇਸ ਕਰਕੇ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਆਪਾਂ ਅਜਿਹੇ ਸੇਵਾ ਕਰਨ ਤੋਂ, ਸੇਵਾ ਕਰਨੀ ਹੈ, ਮਨ ਹੈ ਸੇਵਾ ਕਰਨ ਦਾ, ਤੇ ਸੰਗਤ ਨੂੰ ਬੇਨਤੀ ਕਰੀਏ ਜੇ ਸਤਿਗੁਰੂ ਨੂੰ ਭਾਉਂਦੀ ਹੋਵੇ ਕਿ ਸਾਡੇ ਤੋਂ ਸੇਵਾ ਲੈਣੀ ਹੈ ਤੇ ਸਤਿਗੁਰੂ ਜੀ ਆਪੇ ਮਾਣ ਵਡਿਆਈ ਬਖਸ਼ ਦੇਣਗੇ। ਤੇ ਜੇ ਸਾਹਿਬ ਨੂੰ ਨਹੀਂ ਭਾਉਂਦੀ ਤੇ ਉੱਥੇ ਲੜਾਈ ਝਗੜੇ ਕਰਨੇ ਉਚਿਤ ਨਹੀਂ। ਉੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਲੜਦੇ ਆ, ਇਹ ਸੋਚੀਏ ਕਿ ਅਸੀਂ ਸਤਿਗੁਰੂ ਜੀ ਦਾ ਨਿਰਾਦਰ ਨਹੀਂ ਕਰ ਰਹੇ। ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਵੇ, ਪਿਛਲੇ ਦਿਨੀ ਕੁਝ ਦਿਨ ਹੀ ਹੋਏ ਨੇ, ਮੈਂ ਉਸ ਨਗਰ ਦਾ ਨਾਮ ਤਾਂ ਨਹੀਂ ਲਵਾਂਗਾ, ਉੱਥੇ ਸਮਾਗਮ ਕਰਨ ਤੋਂ ਝਗੜਦੇ ਰਹੇ। ਪਤਾ ਲੱਗਿਆ ਕਿ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਦਰਬਾਰ 'ਚ ਲੜੇ, ਝਗੜਾ ਹੋਇਆ। ਇਹ ਗੱਲਾਂ ਉਚਿਤ ਨਹੀਂ।
ਅਸੀਂ ਸੋਚੀਏ ਕਿ ਅਸੀਂ ਸਤਿਗੁਰੂ ਜੀ ਦਾ ਅਪਮਾਨ ਨਹੀਂ ਕਰ ਰਹੇ, ਸਤਿਗੁਰੂ ਜੀ ਦਾ ਨਰਾਦਰ ਨਹੀਂ ਕਰ ਰਹੇ, ਸਤਿਗੁਰੂ ਜੀ ਨੂੰ ਅਸੀਂ ਹਾਜ਼ਰ ਨਾਜ਼ਰ ਸਮਝਦੇ ਹਾਂ। ਜੇਕਰ ਹਾਜ਼ਰ ਨਾਜ਼ਰ ਸਮਝਦੇ ਹੋਈਏ ਤੇ ਕਦੀ ਵੀ ਅਸੀਂ ਸਾਹਿਬ ਦੇ ਦਰ ਤੇ ਆ ਕੇ ਉੱਚਾ ਬੋਲ ਨਹੀਂ ਬੋਲਾਂਗੇ, ਜੋ ਸਾਡੇ ਸਾਹਿਬ ਨੂੰ ਨਹੀਂ ਪਾਉਂਦਾ, ਹੰਕਾਰ ਨਹੀਂ ਪਾਉਂਦਾ ਸਾਡੇ ਸਾਹਿਬ ਨੂੰ, ਇੱਥੇ ਨਿਮਰਤਾ ਪਾਉਂਦੀ ਹੈ। ਇਸ ਕਰਕੇ ਕਹਿਣ ਲੱਗੇ ਕਿ ਜੇ ਗੁਰੂ ਘਰ ਦੇ ਵਿੱਚ ਇਹ ਗੱਲ ਹੋਵੇਗੀ, ਕਲੇ ਕਲੇਸ਼ ਹੋਵੇਗਾ, ਝਗੜਾ ਹੋਵੇਗਾ, ਤੇ ਸਾਡੇ ਵਰਗੇ ਦੁਨਿਆਵੀ ਲੋਕਾਂ ਦਾ ਕੀ ਬਣੇਗਾ? ਅਸੀਂ ਕਿੱਥੇ ਜਾ ਕੇ ਸ਼ਾਂਤੀ ਹਾਸਲ ਕਰਾਂਗੇ? ਦੇਖੋ ਹੋ ਕਿਆ ਅਚਰਜ ਇਹ ਮਾਇਆ। ਕਹਿਣ ਲੱਗਾ ਦੇਖੋ ਇਹ ਮਾਇਆ ਦੀ ਅਸਚਰਤਾ ਕੈਸੀ ਹੈ। ਮਾਇਆ ਬੜੀ ਜਿਹੜੀ ਬਲਵਾਨ ਹੈ, ਕੈਸੀ ਅਸਚਰਤਾ ਹੈ ਇਸ ਮਾਇਆ ਦੀ। ਲਾਗ ਧੀਰਗ ਨਰ ਜਾਹੇ ਪ੍ਰਮਾਇਆ। ਕਹਿੰਦੇ ਛੋਟੇ ਵੱਡੇ ਮਨੁੱਖਾਂ ਨੂੰ ਇਹ ਭਰਮਾ ਲੈਂਦੀ ਹੈ, ਇਹ ਕਿਸੇ ਨੂੰ ਵੀ ਨਹੀਂ ਬਖਸ਼ਦੀ, ਕਿਸੇ ਦਾ ਲਿਹਾਜ਼ ਨਹੀਂ ਕਰਦੀ, ਛੋਟੇ ਵੱਡੇ ਕਿਸੇ ਨੂੰ ਨਹੀਂ ਬਖਸ਼ਦੇ। ਮਾਇਆ ਜਿਹੜੀ ਹੈ ਸਾਰਿਆਂ ਨੂੰ ਭਰਮਾ ਲੈਂਦੀ ਹੈ। ਹਿਰਦੈ ਵਿਚਾਰਤ ਹਾਜ਼ਰਤ ਐਸੇ। ਇਸ ਤਰ੍ਹਾਂ ਦੇ ਨਾਲ ਜਹਾਂਗੀਰ ਬਾਦਸ਼ਾਹ ਆਪਣੇ ਹਿਰਦੇ ਦੇ ਅੰਦਰ ਵਿਚਾਰਦਾ ਹੈ। ਕਿਤਕ ਦੇਰ ਰਹਿ ਤੂੰ ਸੁਨ ਬੈਸੇ। ਤੇ ਹੁਣ ਪ੍ਰਿਥੀ ਚੰਦ ਦੀਆਂ ਇਹ ਗੱਲਾਂ ਸੁਣ ਕੇ ਜਹਾਂਗੀਰ ਬਾਦਸ਼ਾਹ ਕੁਝ ਸਮੇਂ ਲਈ ਚੁੱਪ ਹੋ ਗਿਆ। ਮਨ ਅੰਦਰ ਐਸੀ ਵਿਚਾਰ ਵਿਚਾਰਨ ਲੱਗਾ ਕਿ ਗੁਰੂ ਨਾਨਕ ਦੇ ਘਰ ਦੇ ਇਹ ਲੋਕ ਕਿਹੜੇ ਪਾਸੇ ਚੱਲ ਪਏ। ਜੇ ਇਹ ਲੋਕ ਲੜਾਈ ਝਗੜਾ ਕਰਦੇ ਨੇ, ਇਸ ਤਰ੍ਹਾਂ ਦੇ ਨਾਲ ਇਹ ਫਰਿਆਦੀ ਹੁੰਦੇ ਨੇ, ਤੇ ਬਾਕੀ ਸੰਸਾਰ ਦਾ ਕੀ ਬਣੇਗਾ? ਇਹ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਜਹਾਂਗੀਰ ਬਾਦਸ਼ਾਹ ਇਹ ਕੁਝ ਸਮੇਂ ਲਈ ਚੁੱਪ ਹੋ ਗਿਆ। ਦੋਹਰਾ ਗਾਦੇ ਪਾਵਤ ਏਕ ਹੈ ਅਪਰ ਫਰਾਦੇ ਹੋਤ। ਵਿਚਾਰਦਾ ਬਾਦਸ਼ਾਹ ਜਹਾਂਗੀਰ ਮਨ ਅੰਦਰ ਕਿ ਗੱਦੀ ਤਾਂ ਇੱਕ ਨੂੰ ਪ੍ਰਾਪਤ ਹੋਣੀ ਹੈ, ਉਹ ਇੱਕ ਨੇ ਪ੍ਰਾਪਤ ਕਰਨੀ ਹੈ, ਬਾਕੀ ਤਾਂ ਸਾਰੇ ਫਰਿਆਦੀ ਹੀ ਹੋਇਆ ਕਰਦੇ ਹਨ। ਕਿਮ ਸਾਦੇ ਹੋਏ ਸਵਨ ਕੇ ਮਤ ਸਰ ਹਿਰਦੈ ਉਦੋਤ। ਤੇ ਹੁਣ ਜਹਾਂਗੀਰ ਬਾਦਸ਼ਾਹ ਮਨ ਹੀ ਮਨ ਅੰਦਰ ਸੋਚਣ ਲੱਗਾ ਕਿ ਇਹ ਝਗੜਾ ਵੀ ਖਤਮ ਹੋ ਜਾਵੇ ਤੇ ਸਾਰੇ ਖੁਸ਼ ਵੀ ਹੋ ਜਾਣ। ਇਹ ਕਿਵੇਂ ਹੋਵੇ? ਇਹ ਗੱਲ ਨੂੰ ਹੁਣ ਜਹਾਂਗੀਰ ਬਾਦਸ਼ਾਹ ਮਨ ਅੰਦਰ ਵਿਚਾਰਦਾ ਹੈ ਤੇ ਵਿਚਾਰ ਕੇ ਅੱਗੇ ਕਿਵੇਂ ਫਿਰ ਪ੍ਰਿਥੀ ਚੰਦ ਦੀ ਝਾੜ ਝੰਬ ਵੀ ਕਰਦਾ ਹੈ ਕਿ ਕਿਉਂ ਤੂੰ ਇਸ ਤਰ੍ਹਾਂ ਦੇ ਨਾਲ ਕਲੇਸ਼ ਕਰਦਾ ਹੈ, ਕਿਉਂ ਤੂੰ ਗੁਰੂ ਘਰ ਦਾ ਸੁਜਸ ਵੇਖ ਕੇ ਆਪਣੇ ਅੰਦਰ ਈਰਖਾ ਦੀ ਅੱਗ ਦੇ ਵਿੱਚ ਸੜ ਰਿਹਾ ਹੈ, ਕਿਉਂਕਿ ਤੂੰ ਗੁਰੂ ਪਿਤਾ ਗੁਰੂ ਰਾਮਦਾਸ ਜੀ ਨੂੰ ਖੁਸ਼ ਹੀ ਨਹੀਂ ਕੀਤਾ, ਉਹਨਾਂ ਦੀ ਸੇਵਾ ਹੀ ਨਹੀਂ ਕੀਤੀ। ਗੁਰੂ ਨਾਨਕ ਦਾ ਘਰ ਹੈ, ਉਸ ਘਰ ਦੇ ਵਿੱਚ ਪਰਖ ਕੇ ਫਿਰ ਇਹ ਸੇਵਾ ਪ੍ਰਾਪਤ ਹੁੰਦੀ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਪ੍ਰਾਪਤ ਕੀਤੀ ਹੈ। ਮੇਰੀ ਕੀ ਔਕਾਤ ਹੈ ਕਿ ਗੁਰੂ ਨਾਨਕ ਦੇ ਘਰ ਦਾ ਫੈਸਲਾ ਮੈਂ ਕਰਾਂ? ਇਹ ਹੁਣ ਪ੍ਰਿਥੀ ਚੰਦ ਨੂੰ ਅੱਗੇ ਫਟਕਾਰਦਾ ਵੀ ਹੈ, ਲਾਹਨਤ ਵੀ ਪਾਉਂਦਾ ਤੇ ਸਮਝਾਉਂਦਾ ਵੀ ਹੈ। ਜਹਾਂਗੀਰ ਬਾਦਸ਼ਾਹ ਆਪਾਂ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਇਸ ਪਾਵਨ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ।